ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਵਿਚਾਰ, ਜੋ ਬਿਲਾਵਲ ਰਾਗ ਆਰੰਭ ਹੋਇਆ ਹੈ। ਦੂਸਰਾ ਸ਼ਬਦ ਹੈ ਵਿਚਾਰਾਂ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਉਣਾ ਹੈ। ਗੁਰੂ ਮਹਾਰਾਜ ਦੀ ਮਹਾਨ ਕਿਰਪਾ ਦਾ ਸਦਕਾ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਇਹ ਅੰਮ੍ਰਿਤ ਰੂਪ ਗੁਰਬਾਣੀ
ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬਾਣੀ ਤੋਂ ਸਾਨੂੰ ਹਰ ਪ੍ਰਕਾਰ ਦੀ ਸੋਝੀ ਸੇਧ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਸਦੀਆਂ ਪਹਿਲਾਂ ਆਏ ਔਰ ਅਵਤਾਰ ਧਾਰ ਕੇ ਬਲਦੀ ਸੜਦੀ ਲੋਕਾਈ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸਭ ਨੂੰ ਤ੍ਰਿਪਤ ਕੀਤਾ, ਸ਼ਾਂਤ ਕੀਤਾ ਔਰ ਅੰਮ੍ਰਿਤ ਰੂਪ ਬਾਣੀ ਦੁਆਰਾ ਇਹ ਬਖਸ਼ਿਸ਼ਾਂ ਕਰਦੇ ਰਹੇ। ਅੱਜ ਵੀ ਉਹਨਾਂ ਦੇ ਜਿਹੜੇ ਉਪਦੇਸ਼ ਹਨ ਉਹ ਜੀਵਾਂ ਦੀ ਕਲਿਆਣ ਕਰਨ ਲਈ ਸਮਰੱਥ ਹਨ। ਜਿਹੜੇ ਜਿਹੜੇ ਵੀ ਗੁਰਮੁਖ ਪਿਆਰੇ ਸਤਿਗੁਰਾਂ ਦੀ ਪਾਵਨ ਬਾਣੀ ਤੋਂ ਸਮੱਤ ਲੈ ਕੇ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਦੀ ਦੱਸੀ ਹੋਈ ਮਰਜ਼ਾਦਾ ਵਿੱਚ ਢਾਲਦੇ ਹਨ, ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਨੂੰ ਗੁਰਮਤਿ ਔਰ ਗੁਰਸਿੱਖੀ ਜੋ ਹੈ ਪ੍ਰਾਪਤ ਹੁੰਦੀ ਹੈ। ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਪਰਉਪਕਾਰ ਹੈ। ਸਰੀਰ ਆਉਂਦੇ ਹਨ, ਚਲੇ ਜਾਂਦੇ ਹਨ, ਪਰ ਜੋ ਸ਼ਬਦ ਹੈ, ਉਪਦੇਸ਼ ਹੈ, ਇਹਦੇ ਦੁਆਰਾ ਹਮੇਸ਼ਾ ਜੀਵਾਂ ਨੂੰ ਸਹੀ ਰਸਤਾ ਪ੍ਰਾਪਤ ਹੁੰਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਨੇ ਸ਼ਬਦ ਨੂੰ ਬਹੁਤ ਵੱਡੀ ਵਿਸ਼ੇਸ਼ਤਾ ਬਖਸ਼ਿਸ਼ ਕੀਤੀ ਹੈ। ਸੋ ਆਓ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੇ ਉਪਦੇਸ਼ ਸਰਵਣ ਕਰਕੇ ਜਿਤਨਾ ਸਮਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਣ ਲਈ ਮਿਲਿਆ, ਇਸ ਨੂੰ ਵੀ ਸਫਲ ਬਣਾਈਏ। ਉਪਦੇਸ਼ਾਂ 'ਤੇ ਅਮਲ ਕਰਕੇ ਬਾਕੀ ਦਾ ਜੀਵਨ ਵੀ ਸਫਲ ਬਣਾਉਣ ਵਿੱਚ ਉਦਮ ਕਰੀਏ ਔਰ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਅਸੀਂ ਆਪ ਜੀ ਦੇ ਪਵਿੱਤਰ ਉਪਦੇਸ਼ਾਂ ਨੂੰ ਕਮਾ ਸਕੀਏ, ਜਿਹਦੇ ਦੁਆਰਾ ਸਾਡਾ ਜੀਵਨ ਸਫਲ ਹੋ ਸਕੇ। ਸੋ ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਬਿਲਾਵਲ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਇਹ ਪਾਵਨ ਸਥਾਨ ਹੈ, ਆਪਣੀ ਪਾਵਨ ਰਸਨਾ ਤੋਂ ਜਿਵੇਂ ਬਖਸ਼ਿਸ਼ ਕਰਕੇ ਗਏ ਹਨ, ਉਸ ਉਪਦੇਸ਼ ਨੂੰ ਅਸੀਂ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ। ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਬਚਨ ਆ, ਜਦੋਂ ਵੀ ਸੁਣੋ ਮਨ ਨੂੰ ਸ਼ਾਂਤੀ ਬਖਸ਼ਿਸ਼ ਕਰਦੇ ਹਨ। ਆਮ ਲੋਕਾਂ ਦੀਆਂ ਗੱਲਾਂ ਥੋੜ੍ਹੇ ਸਮੇਂ ਦੀਆਂ ਹੁੰਦੀਆਂ ਹਨ, ਪਰ ਜੋ ਮਹਾਰਾਜ ਦੇ ਉਪਦੇਸ਼ ਹਨ ਉਹ ਸਦਾ ਵਾਸਤੇ ਜੀਵਾਂ ਲਈ ਕਲਿਆਣਕਾਰੀ ਹਨ। ਗੁਰੂ ਮਹਾਰਾਜ ਜਿਸ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਉਸ ਬਖਸ਼ਿਸ਼ 'ਚੋਂ ਉਪਦੇਸ਼ ਲੈ ਕੇ ਆਪਣੇ ਸਵਾਸਾਂ ਨੂੰ, ਜਨਮ ਨੂੰ ਸਫਲ ਕਰੀਏ। ਮਨ ਮੰਦਰ ਤਨ ਵੇਸ ਕਲੰਦਰ। ਹਾਂ, ਇਹ ਜਿਹੜਾ ਸਰੀਰ ਮਨ ਦੇ ਰਹਿਣ ਦਾ ਮੰਦਰ ਹੈ,
ਅਤੇ ਅਸੀਂ ਮੁਸਲਮਾਨਾਂ 'ਚ ਇੱਕ ਫਿਰਕਾ ਹੈ ਫਕੀਰਾਂ ਦਾ, ਉਹਨੂੰ ਕਲੰਦਰ ਕਹਿ ਦਿੰਦੇ ਹਨ, ਕਿ ਅਸੀਂ ਫਕੀਰਾਂ ਵਾਲਾ ਜੋ ਲਿਬਾਸ ਹੈ ਇਹ ਧਾਰਨ ਕੀਤਾ ਹੋਇਆ ਹੈ। ਕਿਉਂਕਿ ਹਰ ਫਿਰਕੇ ਦੇ ਜਿਹੜੇ ਸਾਧੂ ਆ ਜਾਂ ਹੋਰ ਵੀ ਮਤਾਂ ਮਤਾਂਤਰਾਂ ਨੂੰ ਮੰਨਣ ਵਾਲੇ ਹਨ, ਕੋਈ ਨਾ ਕੋਈ ਭਰਾਵਾ ਤਾਂ ਹੈ। ਦੁਨਿਆਵੀ ਤੌਰ 'ਤੇ ਵੀ ਪੁਲਿਸ ਵਾਲਿਆਂ ਦੀ ਆਪਣੀ ਵਰਦੀ ਹੈ, ਫੌਜ ਵਾਲਿਆਂ ਦੀ ਆਪਣੀ ਹੈ, ਸਕੂਲਾਂ ਦੇ ਅੰਦਰ ਵੀ ਆਪੋ ਆਪਣੇ ਵਿਦਿਆਲਿਆਂ ਵਿੱਚ ਕੋਈ ਨਾ ਕੋਈ ਵਰਦੀ ਰੱਖੀ ਹੋਈ ਹੈ। ਹੋਰ ਸੰਸਥਾ ਵਿੱਚ ਵੀ ਇਸ ਤਰ੍ਹਾਂ ਹੈ। ਇਸੇ ਤਰ੍ਹਾਂ ਧਾਰਮਿਕ ਲੋਕਾਂ ਦੇ ਅੰਦਰ ਵੀ ਜੁਦੇ ਜੁਦੇ ਚਿੰਨ੍ਹ ਜਿਹੜੇ ਰੱਖੇ ਹੈ, ਉਹਨਾਂ ਦੇ ਪਿੱਛੇ ਵੀ ਕੋਈ ਨਾ ਕੋਈ ਵਿਚਾਰਧਾਰਾ ਜਿਹੜੀ ਹੈ ਉਹ ਜ਼ਰੂਰ ਛੁਪੀ ਹੁੰਦੀ ਹੈ। ਭਾਵੇਂ ਕੁਝ ਸਮੇਂ ਤੋਂ ਬਾਅਦ ਇਨਸਾਨ ਉਹਨਾਂ ਗੱਲਾਂ ਨੂੰ ਭੁੱਲ ਜਾਂਦੇ ਹਨ ਅਤੇ ਉਹ ਬਾਣੇ ਨੂੰ ਅਯੋਗ ਢੰਗ ਨਾਲ ਵਰਤਣਾ ਸ਼ੁਰੂ ਕਰ ਦਿੰਦੇ ਹਨ, ਪਰ ਉਹ ਬਾਣੇ ਦਾ ਕੋਈ ਕਸੂਰ ਨਹੀਂ ਹੁੰਦਾ। ਜਿਹੜਾ ਉਹ ਬਾਣਾ ਧਾਰ ਕੇ ਗਲਤੀ ਕਰਦਾ ਉਹਦਾ ਆਪਣਾ ਕਸੂਰ ਹੈ। ਜਿਵੇਂ ਹੁਣ ਗੁਰਸਿੱਖਾਂ ਨੂੰ 5 ਕਕਾਰ ਮਿਲੇ ਹੈ, ਜੇ ਕੋਈ 5 ਕਕਾਰ ਪਹਿਨ ਕੇ ਗਲਤੀ ਕਰਦਾ ਹੈ, ਕਕਾਰਾਂ ਦਾ ਦੋਸ਼ ਨਹੀਂ, ਦੋਸ਼ ਤਾਂ ਕਰਨ ਵਾਲੇ ਦਾ ਹੋਏਗਾ, ਕਿਉਂਕਿ ਜਿਹੜੇ ਕਕਾਰ ਆ ਉਹ ਤਾਂ ਮਹਾਰਾਜ ਨੇ ਬਖਸ਼ੇ ਆ, ਪਵਿੱਤਰ ਆ। ਇਸ ਤਰ੍ਹਾਂ ਬਾਣੀ ਹੈ, ਜੇ ਬਾਣੀ ਪੜ੍ਹ ਕੇ ਫਿਰ ਕੋਈ ਗਲਤੀ ਕਰਦਾ ਹੈ, ਉਹ ਬਾਣੀ ਜਾਂ ਬਾਣੀ ਦੇ ਕਰਤੇ ਦਾ ਦੋਸ਼ ਨਹੀਂ। ਜਿਹੜਾ ਬਾਣੀ ਤੋਂ ਸਹੀ ਸੇਧ ਲੈ ਕੇ ਸਹੀ ਨਹੀਂ ਤੁਰਦਾ, ਉਹਦਾ ਆਪਣਾ ਹੀ ਕਸੂਰ ਹੈ। ਇਸ ਵਾਸਤੇ ਕਹਿੰਦੇ ਇਹ ਪਾਤਸ਼ਾਹ, ਇਹ ਮਨ ਮੰਦਰ ਹੈ, ਅਸੀਂ ਇਹ ਕਲੰਦਰਾਂ ਵਾਲਾ ਫਕੀਰਾਂ ਵਾਲਾ ਭੇਸ ਧਾਰਿਆ ਹੋਇਆ ਹੈ। ਘਟ ਹੀ ਤੀਰਥ ਨਾਵਾ, ਘਟ ਹਿਰਦੇ ਦੇ ਅੰਦਰ ਜੋ ਇਹ ਨਾਮ ਬਾਣੀ ਦਾ ਤੀਰਥ, ਇਹਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ। ਕਿਉਂ ਤੀਰਥ ਦਾ ਮਤਲਬ ਕੀ ਹੈ? ਨਹਾਉਣੇ ਨਾਲ ਸਰੀਰ ਦਾ ਪਵਿੱਤਰ ਹੋ ਜਾਣਾ। ਜੇ ਹਿਰਦੇ ਵਿੱਚ ਅਸੀਂ ਸਤ ਸੰਗਤ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸੁਣਦੇ ਹਾਂ, ਹਿਰਦੇ 'ਚ ਵਸਾਉਂਦੇ ਹਾਂ, ਨਾਮ ਦਾ ਅਭਿਆਸ ਕਰਦੇ ਹਾਂ, ਗਿਆਨ ਦੀ ਗੰਗਾ ਵਿੱਚ ਨਹਾਉਂਦੇ ਹਾਂ, ਕਿਉਂਕਿ ਗਿਆਨ ਦਾ ਸੰਬੰਧ ਵੀ ਹਿਰਦੇ ਨਾਲ ਹੈ। ਇਹਦੇ ਨਾਲ ਮਨ ਬਿਰਤੀਆਂ ਦੀ ਜਿਹੜੀ ਮੈਲ ਹੈ ਦੂਰ ਹੋ ਜਾਂਦੀ ਹੈ। ਇਹ ਜਿਹੜਾ ਹਿਰਦਾ ਰੂਪੀ ਤਲਾਅ ਜਿਹਨਾਂ ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਰੂਪੀ ਜਲ ਨਾਲ ਭਰ ਲਿਆ ਹੈ, ਉਸ ਉਪਦੇਸ਼ ਨੂੰ ਜਿਹੜਾ ਵਾਰ ਵਾਰ ਵਿਚਾਰ ਕੇ ਆਪਣੇ ਮਨ ਦੀ ਮੈਲ ਨੂੰ ਦੂਰ ਕਰਨਾ, ਇਹ ਇਸ਼ਨਾਨ ਕਰਨਾ ਹੈ। ਕਿਉਂਕਿ ਜਦੋਂ ਅਸੀਂ ਵਿਚਾਰ ਸੁਣਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਮਨੁੱਖ ਨੂੰ ਇਸ ਤਰ੍ਹਾਂ ਦਾ ਜੀਣ ਦਾ ਉਪਦੇਸ਼ ਦਿੰਦੇ ਹਨ ਕਿ ਸਾਡਾ ਜਿਉਣਾ ਮਹਾਰਾਜ ਦੇ ਉਪਦੇਸ਼ ਦੇ ਅਨੁਕੂਲ ਹੈ ਜਾਂ ਅਸੀਂ ਉਹ ਤੋਂ ਵਿਪਰੀਤ ਉਲਟ ਚੱਲਦੇ ਹਾਂ। ਜਦੋਂ ਬਾਣੀ ਦੀ ਵਿਚਾਰ ਕਰਕੇ ਜਿੱਥੇ ਅਸੀਂ ਬਾਣੀ ਦੇ ਉਲਟ ਚੱਲਦੇ ਹਾਂ ਤਿਆਗ ਦਈਏ, ਬਾਣੀ ਦੇ ਅਨੁਕੂਲ ਚੱਲਣ ਲੱਗ ਪਈਏ, ਇਹ ਬਾਣੀ ਗਿਆਨ ਦੀ ਗੰਗਾ ਹੈ। ਇਹਦਾ ਪ੍ਰਵਾਹ ਹਰ ਜਗ੍ਹਾ ਹੀ ਹੈ। ਇੱਕ ਪਾਣੀ ਦੀ ਗੰਗਾ ਹੈ, ਉਹਦਾ ਵੀ ਆਪਣਾ ਮਹਾਤਮ ਹੈ। ਇਹ ਬਾਣੀ ਦੀ ਗੰਗਾ ਹੈ। ਜਦੋਂ ਇਹਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ,
ਸਾਡੇ ਮਨ ਦੀ ਜਿਹੜੀ ਮੈਲ ਹੈ, ਬੁੱਧੀ ਦੀ ਅਪਵਿੱਤਰਤਾ ਦੂਰ ਹੁੰਦੀ ਹੈ। ਇਸ ਕਰਕੇ ਅਸੀਂ ਘਟ ਹਿਰਦੇ ਦੇ ਅੰਦਰ ਜਦੋਂ ਗੁਰੂ ਦਾ ਉਪਦੇਸ਼ ਸੁਣ ਕੇ ਗਿਆਨ ਦੀ ਗੰਗਾ ਵਗਾਵਾਂਗੇ, ਇਹਦੇ ਵਿੱਚ ਹੀ ਅਸੀਂ ਇਸ਼ਨਾਨ ਕਰਕੇ ਆਪਣੀ ਮੈਲ ਨੂੰ ਧੋ ਕੇ ਪਵਿੱਤਰ ਹੋਣਾ ਹੈ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ। ਗੁਰੂ ਦਾ ਜਿਹੜਾ ਇੱਕ ਸ਼ਬਦ ਵੀ ਮੇਰੇ ਪ੍ਰਾਣਾਂ ਵਿੱਚ ਵਸ ਜਾਏ, ਮੇਰੇ ਹਿਰਦੇ ਵਿੱਚ ਨਿਵਾਸ ਹੋ ਜਾਏ, ਕਿਉਂਕਿ ਸ਼ਬਦ ਤਾਂ ਇੱਕ ਵਿੱਚ ਹੀ ਬੜੀ ਬਰਕਤ ਹੁੰਦੀ ਹੈ ਜੇ ਅਮਲ ਵਿੱਚ ਲੈ ਆਈਏ। ਹੁਣ ਭੂਮਣੀਏ ਚੋਰ ਨੂੰ ਮਹਾਰਾਜ ਨੇ ਕਿਹਾ ਸੀ ਨਾ, ਚੋਰੀ ਤਿਆਗ ਦੇ। ਕਹਿੰਦੇ ਮਹਾਰਾਜ ਤਾਂ ਔਖਾ ਹੀ ਹੈ, ਸੁਭਾਅ ਬਣ ਗਿਆ ਹੈ। ਕਹਿੰਦੇ ਚੰਗਾ ਫਿਰ ਚੋਰੀ ਕਰੀ, ਪਰ ਗਰੀਬ ਮਾਰ ਨਾ ਕਰੀ, ਔਰ ਸੱਚ ਬੋਲੀ, ਲੂਣ ਖਾ ਕੇ ਹਰਾਮ ਨਾ ਕਰੀ। ਰਾਜੇ ਦੇ ਚੋਰੀ ਕੀਤੀ, ਪੰਡ ਵੀ ਬੰਨ੍ਹ ਲਈ, ਅਤੇ ਉੱਥੇ ਪੀਸਿਆ ਹੋਇਆ ਲੂਣ ਸੀ। ਹੁਣ ਸਮਝਿਆ ਸ਼ਾਇਦ ਇਹ ਖੰਡ ਦਾ ਬੂਰਾ ਹੈ। ਮੂੰਹ ਵਿੱਚ ਉਂਡੀ ਪਾ ਲਈ। ਇਹ ਬਚਨ ਯਾਦ ਆਇਆ ਵੀ ਮਹਾਰਾਜ ਨੇ ਕਿਹਾ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ। ਉਹ ਵਜੀ ਵਜਾਈ ਪੰਡ ਛੱਡ ਗਿਆ। ਜਦੋਂ ਸਵੇਰੇ ਦੇਖਿਆ ਵੀ ਚੋਰ ਬੜਾ ਸਿਆਣਾ ਹੈ, ਸਮਾਨ ਦੀ ਪੰਡ ਵੀ ਬੰਨ੍ਹ ਲੱਗਿਆ ਨਹੀਂ। ਇਹ ਉਹਦਾ ਇੱਕ ਫਰੇਬ ਹੈ ਕਿ ਮਹਿਲਾਂ ਵਿੱਚ ਪ੍ਰਵੇਸ਼ ਕਿਵੇਂ ਕਰਨਾ ਹੈ। ਹੁਣ ਉਹਨੂੰ ਸਾਰਾ ਪਤਾ ਲੱਗ ਗਿਆ, ਕਿਸੇ ਵੇਲੇ ਉਹ ਬਹੁਤ ਵੱਡਾ ਨੁਕਸਾਨ ਕਰੇਗਾ। ਸਾਰੇ ਜਿੰਨੇ ਚੋਰ ਚਕਾਰ ਸੀ ਪਕੜੇ ਗਏ, ਗਰੀਬ ਮਾਰ ਹੋਣ ਲੱਗੀ। ਇਹਦੇ ਮਨ 'ਚ ਆ ਗੁਰੂ ਦਾ ਵਚਨ ਸੀ, ਗਰੀਬ ਮਾਰ ਨਹੀਂ ਕਰਨੀ, ਗਲਤੀ ਮੇਰੀ ਹੈ ਅਤੇ ਮਾਰੇ ਦੂਏ ਜਾ ਰਹੇ ਹੈ। ਹਾਜ਼ਰ ਹੋ ਗਿਆ, ਅਸਲੀਅਤ ਦੱਸੀ। ਕਹਿੰਦੇ ਤੂੰ ਪ੍ਰਵੇਸ਼ ਕਿਵੇਂ ਕੀਤਾ? ਕਹਿੰਦੇ ਜੀ ਮੈਂ ਵਸਤਰ ਬਹੁਤ ਵਧੀਆ ਪਾਏ ਸੀ। ਦਰਬਾਨਾ ਨੇ ਪੁੱਛਿਆ, ਮੈਂ ਕਿਹਾ ਵੀ ਮੈਂ ਰਾਜੇ ਦਾ ਮਿੱਤਰ ਹਾਂ। ਉਹਨੇ ਮੈਨੂੰ ਰੋਕਿਆ ਨਹੀਂ। ਮਹਾਰਾਜ ਦਾ ਹੁਕਮ ਸੀ ਸੱਚ ਬੋਲਣਾ। ਪੰਡ ਵੀ ਬੰਨ੍ਹ ਲਈ ਸੀ, ਗਰੀਬ ਮਾਰ ਨਹੀਂ ਕਰਨੀ। ਰਾਜੇ ਦੇ ਘਰ ਪੰਡ ਬੰਨ੍ਹੀ ਸਮਾਨ ਦੀ। ਲੱਗਿਆ ਕਿਉਂ ਨਹੀਂ? ਹੁਕਮ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ। ਰਾਜਾ ਬੜਾ ਪ੍ਰਭਾਵਿਤ ਹੋਇਆ ਕਿ ਐਸਾ ਗੁਰੂ ਤੇਰਾ ਕੌਣ ਹੈ, ਮੈਨੂੰ ਵੀ ਦਰਸ਼ਨ ਕਰਾ। ਜਦੋਂ ਦਰਸ਼ਨ ਕਰਾਏ, ਭੂਮੀ ਦਾ ਵੀ ਜੀਵਨ ਪਲਟ ਗਿਆ, ਰਾਜਾ ਵੀ ਗੁਰਸਿੱਖ ਬਣ ਗਿਆ। ਗੱਲ ਹੈ ਸ਼ਬਦ ਦੇ ਕਮਾਉਣੇ ਦੀ। ਸੋ ਇਸ ਵਾਸਤੇ ਕਹਿੰਦੇ ਹੈ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ। ਜੇ ਗੁਰੂ ਦਾ ਇੱਕ ਕੋਈ ਵੀ ਸ਼ਬਦ ਮੇਰੇ ਪ੍ਰਾਣਾਂ 'ਚ ਵਸ ਜਾਏ, ਉਹਨੂੰ ਅਸੀਂ ਮਨ ਬਣੀ ਸਰੀਰ ਕਰਕੇ ਗ੍ਰਹਿਣ ਕਰ ਲਈਏ। ਬਹੁੜ ਜਨਮ ਨਾ ਆਵਾ। ਬਹੁੜ ਪੁਨः ਫਿਰ ਉਹ ਇਨਸਾਨ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਹੈ। ਜਿਸ ਤਰ੍ਹਾਂ ਉਹ ਰਾਜਾ ਮਨ 'ਚ ਵੈਰਾਗ ਹੋ ਗਿਆ ਕਥਾ ਵਾਰਤਾ ਸੁਣ ਕੇ ਕਿ ਗੁਰੂ ਧਾਰਨਾ ਚਾਹੀਦਾ ਹੈ। ਉਹਨੇ ਕਿਹਾ ਵੀ ਅੰਮ੍ਰਿਤ ਵੇਲੇ ਜਿਹੜਾ ਮਿਲੇ ਉਸ ਨੂੰ ਗੁਰੂ ਧਾਰਨਾ ਹੈ। ਖਿਆਲ ਸੀ ਕਿ ਅੰਮ੍ਰਿਤ ਵੇਲੇ ਆਮ ਭਜਨ ਬਾਣੀ ਵਾਲੇ ਲੋਕ ਹੀ ਉੱਠਦੇ ਹੈ, ਕਿਰਿਆ ਕਰਮ ਕਰਕੇ, ਇਸ਼ਨਾਨ ਪਾਣੀ ਕਰਕੇ ਨਾਮ ਬਾਣੀ ਦਾ ਅਭਿਆਸ ਕਰਦੇ ਹਨ। ਜੰਗਲ ਵੱਲ ਤੁਰਿਆ, ਰਸਤੇ 'ਚ ਕੁਦਰਤੀ ਦੇਵਨੇਤ ਨਾਲ ਚੋਰ ਮਿਲ ਗਿਆ। ਉਹ ਨਮਸਕਾਰ ਕੀਤੀ, ਮੈਂ ਤੁਹਾਨੂੰ ਗੁਰੂ ਧਾਰਨਾ ਚਾਹੁੰਦਾ ਹਾਂ।
ਪਹਿਲਾਂ ਤੁਹਾਨੂੰ ਦੱਸਿਆ ਕਿ ਮੈਂ ਤੇ ਚੋਰ ਹਾਂ, ਕਿਸੇ ਸੰਤ ਨੂੰ ਗੁਰੂ ਧਾਰ। ਕਹਿੰਦਾ ਜੀ ਤੁਸੀਂ ਟਰਕਾਓ ਨਾ, ਮੇਰੇ ਤਾਂ ਤੁਸੀਂ ਗੁਰੂ ਹੋ। ਹੁਣ ਪੈਂਤਰਾ ਬਦਲਿਆ, ਕਹਿਣ ਲੱਗਾ ਕਿ ਗੁਰੂ ਜੀ ਨੂੰ ਧਾਰਨਾ ਹੋਵੇ, ਇਹ ਲੋਕ ਹੁਸ਼ਿਆਰ ਤੇ ਬਹੁਤ ਹੁੰਦੇ ਹਨ। 3 ਪ੍ਰਕਾਰ ਦੀ ਭੇਟਾ ਦੇਣੀ ਪੈਂਦੀ ਹੈ, ਮਨ ਦੀ, ਤਨ ਦੀ ਅਤੇ ਧਨ ਦੀ। ਹੁਣ ਦੇਖਿਆ ਰਾਜੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਹੋਇਆ ਹੈ। ਕਹਿਣ ਲੱਗਾ ਫਿਰ ਤੁਸੀਂ ਤਨ ਮਨ ਦੀ ਤੁਹਾਡੀ ਲੋੜ ਨਹੀਂ, ਇਹ ਕੈਂਠਾ ਮੈਨੂੰ ਦੇ ਦਿਓ। ਰਾਜਾ ਤਾਂ ਹੁਣ ਵਿਕ ਚੁੱਕਾ ਸੀ, ਮੇਰਾ ਗੁਰੂ ਹੈ, ਕੈਂਠਾ ਦੇ ਦਿੱਤਾ। ਕਹਿਣ ਲੱਗਾ ਇੱਥੇ ਬਹਿ ਕੇ ਬਸ ਸਤਿਨਾਮ ਸਤਿਨਾਮ ਜਪੀ ਚੱਲ, ਜਦੋਂ ਤੱਕ ਮੈਂ ਆਵਾਂ ਨਾ ਉੱਠਣਾ ਨਹੀਂ। ਰਾਜਾ ਭੋਲਾ, ਪੂਰਾ ਸ਼ਰਧਾਲੂ ਬੈਠਾ ਰਿਹਾ। ਇਸ ਤਰ੍ਹਾਂ ਹੀ ਸਮਾਂ ਬਹੁਤ ਬੀਤ ਗਿਆ। ਭਗਵਾਨ ਨੇ ਕਿਹਾ ਵੀ ਉਹ ਤਾਂ ਛਲੀਆ ਸੀ, ਕੈਂਠਾ ਲੈ ਕੇ ਨਿਕਲ ਗਿਆ। ਇਹ ਉਹਦੇ ਬਚਨ ਉੱਤੇ ਵੱਜ ਗਿਆ ਹੈ। ਮੇਰੇ ਭਰੋਸੇ ਵਿੱਚ ਭਗਵਾਨ ਆਏ, ਕਹਿਣ ਲੱਗੇ ਰਾਜਨ ਅੱਖਾਂ ਖੋਲ੍ਹੋ। ਕਹਿੰਦੇ ਮੇਰਾ ਗੁਰੂ ਆਏਗਾ ਫਿਰ ਖੋਲ੍ਹਾਂਗਾ। ਕਹਿਣ ਲੱਗੇ ਉਹ ਤਾਂ ਇੱਕ ਚੋਰ ਸੀ। ਕਹਿੰਦੇ ਮੁੜ ਕੇ ਇਹ ਗੱਲ ਨਹੀਂ ਕਹਿਣੀ। ਕਹਿੰਦੇ ਮੈਂ ਭਗਵਾਨ ਦਰਸ਼ਨ ਦੇਣ ਲਈ ਪ੍ਰਗਟ ਹੋਇਆ ਹਾਂ। ਕਹਿੰਦੇ ਨਹੀਂ, ਗੁਰੂ ਕਹੇਗਾ, ਸ਼ਨਾਖਤ ਕਰਕੇ ਦੱਸੇਗਾ ਕਿ ਭਗਵਾਨ ਇਹ ਹੀ ਹੈ। ਉਹ ਚੋਰ ਨੂੰ ਲਿਆਏ ਕਿ ਭਲਿਆ ਮਾਨਸਾ ਤੂੰ ਦਾ ਕੈਂਠਾ ਲੈ ਕੇ ਖਿਸ ਕੇ ਆਇਆ। ਉਹ ਵਿਚਾਰਾ ਭੁੱਖਣ ਭਾਣਾ ਬੈਠਾ ਹੈ। ਯਕੀਨ ਕਰਕੇ ਜਿਲੇ ਆਏ, ਇੱਕ ਪਾਸੇ ਭਗਵਾਨ ਖੜ੍ਹੇ, ਇੱਕ ਪਾਸੇ ਚੋਰ। ਕਹਿੰਦਾ ਹੁਣ ਮੱਥਾ ਪਹਿਲਾਂ ਕਿਹਨੂੰ ਟੇਕਾਂ। ਫਿਰ ਕਹਿਣ ਲੱਗਾ ਗੁਰੂ ਗੋਬਿੰਦ ਦੋਨੋਂ ਖੜ੍ਹੇ, ਕਿਸ ਕੇ ਲਾਗਾਂ ਪਾਏ। ਪਹਿਲੇ ਗੁਰ ਉਪਦੇਸ਼ਿਆ ਜਨ ਸਤਿਗੁਰ ਦੀਆ ਬਤਾਏ। ਪਹਿਲਾਂ ਜਿਹਨੂੰ ਚੋਰ ਨੂੰ ਗੁਰੂ ਨੂੰ ਮੱਥਾ ਟੇਕਿਆ। ਭਗਵਾਨ ਕਹਿਣ ਲੱਗੇ ਓਏ ਤੂੰ ਕੀ ਕਰ ਰਿਹਾ। ਕਹਿੰਦੇ ਇਹਦੀ ਕਿਰਪਾ ਨਾਲ ਤੂੰ ਪ੍ਰਗਟ ਹੋਇਆ, ਅੱਗੇ ਨਾ ਹੋਇਆ। ਗੱਲ ਇੱਕ ਸ਼ਬਦ ਦੀ ਹੈ, ਸ਼ਬਦ ਦੀ ਕਮਾਈ ਕਰਨ ਵਾਲਾ ਜਿਹੜਾ ਵਿਸ਼ਵਾਸ ਪਾਤਰ ਹੈ, ਉਹ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ। ਸ਼ਬਦ ਇੱਕੋ ਹੀ ਹੋਇਆ ਸੀ, ਚੰਡੀ ਖੂਨ ਦੀ ਪਿਆਸੀ ਹੈ, ਸਿੱਖ ਦਾ ਸਿਰ ਮੰਗਦੀ ਹੈ। ਇਹੀ ਸ਼ਬਦ ਸੀ ਨਾ। ਭਾਈ ਦਇਆ ਸਿੰਘ ਸਾਹਿਬ ਆਏ, ਧਰਮ ਸਿੰਘ ਜੀ ਆਏ, ਮੁਕਮ ਸਿੰਘ ਜੀ ਆਏ, ਹਿੰਮਤ ਸਿੰਘ ਜੀ ਆਏ, ਸਾਹਿਬ ਸਿੰਘ ਜੀ ਆਏ। ਸੀਸ ਭੇਟ ਕੀਤੇ, ਸੁਰਜੀਤ ਕੀਤੇ, ਅੰਮ੍ਰਿਤ ਦੀ ਦਾਤ ਬਾਣੀ ਬਾਣਾ, ਸਿਮਰਨ ਮਿਲਿਆ, ਰਹਿਤ ਮਰਜ਼ਾਦਾ ਕਰਿਤਾਂ ਤੋਂ ਪਰਹੇਜ਼ ਕਰਾਇਆ। 5 ਪਿਆਰੇ ਬਣ ਗਏ। ਉਹਨਾਂ ਤੋਂ ਆਪ ਵੀ ਅੰਮ੍ਰਿਤ ਛਕਿਆ, ਛਕਾ ਕੇ ਪਹਿਲਾਂ ਉਹਨਾਂ ਨੂੰ, ਬਾਅਦ ਵਿੱਚ ਆਪ ਛਕਿਆ। ਬਾਹਵਾ ਗੋਬਿੰਦ ਸਾਹਿਬ ਸਿੰਘ ਆਪੇ ਗੁਰ ਚੇਲਾ। ਸ਼ਬਦ ਇੱਕ ਹੋਇਆ ਸੀ ਨਾ। ਅਤੇ ਅੱਜ ਸਿੱਖਾਂ ਦਾ ਕਿਹੜਾ ਕਾਰਜ ਹੈ ਜਿਹੜਾ 5 ਪਿਆਰਿਆਂ ਤੋਂ ਬਿਨਾਂ ਸੰਪੂਰਨ ਹੁੰਦਾ ਹੈ। ਕੋਈ ਕਾਰਜ ਵੀ ਲੈ ਲਓ, ਹਰ ਜਗ੍ਹਾ 5 ਪਿਆਰਿਆਂ ਦੀ ਪ੍ਰਧਾਨਤਾ ਹੈ। ਸ਼ਬਦ ਦੀ ਗੱਲ ਹੈ। ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ। ਪ੍ਰਾਣਾਂ 'ਚ ਵਸ ਜਾ ਗੁਰੂ ਦਾ ਹੁਕਮ ਰੂਪੀ ਸ਼ਬਦ, ਨਾਮ ਜਪਣ ਰੂਪੀ ਸ਼ਬਦ, ਸੇਵਾ ਕਰਨ ਰੂਪੀ ਸ਼ਬਦ, ਪਰਉਪਕਾਰ ਕਰਨ ਰੂਪੀ ਸ਼ਬਦ, ਕੁਰਬਾਨੀ ਕਰਨ ਰੂਪ ਸ਼ਬਦ, ਸਾਰਾ ਸ਼ਬਦ ਹੀ ਹੈ। ਬਾਣੀ ਦਾ ਉਪਦੇਸ਼ ਰੂਪੀ ਸ਼ਬਦ। ਬਹੁੜ ਜਨਮ ਨਾ ਆਵਾਂ, ਉਹ ਜਿਹੜਾ ਸ਼ਬਦ ਨੂੰ ਸੁਣਦਾ, ਮੰਨਦਾ, ਕਮਾਉਂਦਾ ਹੈ, ਬਹੁੜ ਪੁਣਾ ਫਿਰ ਉਹ 84 ਲੱਖ ਜੂਨਾਂ ਦੇ ਚੱਕਰ ਵਿੱਚ ਨਹੀਂ ਆਉਂਦਾ। ਉਹਦਾ ਆਵਾਗਮਨ ਦਾ ਚੱਕਰ ਜਿਹੜਾ ਉਹ ਸਾਧ ਸੰਗ ਜੀ ਮਿਟ ਜਾਂਦਾ ਹੈ। ਮਨ ਵਿਦਿਆ ਦਇਆਲ
ਭਾਈ ਮੈਂ ਆਪਣਾ ਜਿਹੜਾ ਮਨ ਆ ਮਹਾਰਾਜ ਦਾ ਉਪਦੇਸ਼ ਸੁਣ ਕੇ ਸਤਿਗੁਰੂ ਦੇ ਚਰਨਾਂ ਦੇ ਪਿਆਰ ਵਿੱਚ ਵਿਧਿਆ ਬਿਨ ਲਿਆ ਹੈ। ਜਿਹੜੀ ਚੀਜ਼ ਬਿੰਨੀ ਜਾਏ ਦੂਈ ਜਗ੍ਹਾ ਨਹੀਂ ਨਾ ਜਾਂਦੀ ਹੈ। ਹੁਣ ਆਪਣਾ ਜਿਹੜਾ ਮਨ ਅੱਗੇ ਇੱਧਰ ਉੱਧਰ ਦੌੜਾ ਭੱਜਾ ਫਿਰਦਾ ਸੀ, ਉਹ ਗੁਰੂ ਦੇ ਉਪਦੇਸ਼ ਸੋਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰਿ ਸਿਉ ਲਾਗਾ। ਹੁਣ ਤਾਂ ਹਰੀ ਨਾ ਮਨ ਲੱਗ ਗਿਆ, ਕਿੱਥੇ ਜਾਣਾ ਹੈ। ਇਹ ਮਨ ਬਿਨਿਆ ਗਿਆ, ਹੁਣ ਇੱਧਰ ਉੱਧਰ ਜਾਣ ਜੋਗਾ ਨਹੀਂ ਰਿਹਾ। ਨਾਸਨ ਭਜਨ ਥਾਕੇ, ਨਸਨ ਭਜਨ ਵੱਲੋਂ ਥੱਕ ਗਿਆ। ਜਦੋਂ ਥੱਕ ਜਾਂਦਾ ਫਿਰ ਬੰਦਾ ਰੈਸਟ ਆਰਾਮ ਚਾਹੁੰਦਾ ਹੈ। ਇਨਸਾਨ ਮਾਇਆ ਪਦਾਰਥਾਂ ਲਈ ਬਹੁਤ ਦੌੜਦਾ ਹੈ। ਕਿੰਨਾ ਕੁ ਦੌੜੇਗਾ, ਥੱਕ ਟੁੱਟ ਕੇ ਬਹਿ ਜਾਏਗਾ। ਜ਼ਿਆਦਾ ਭੱਜਣ ਤੋਂ ਬਾਅਦ ਵੀ ਜਿੰਨਾ ਜ਼ਿਆਦਾ ਭੱਜਾਂਗੇ ਉਨਾ ਜ਼ਿਆਦਾ ਥੱਕਾਂਗੇ। ਪਹਿਲਾਂ ਸਾਡੇ ਭਾਰਤੀ ਸੱਭਿਆ ਸ਼ਬਦ ਸੀ ਬ੍ਰਹਿਮਣ, ਬੜੇ ਵਿਸਥਾਰ ਵਿੱਚ ਜਾਣਾ। ਮਹਾਂਪੁਰਖ ਨੇ ਦੂਆ ਸ਼ਬਦ ਕੱਢਿਆ ਸ਼ਰਮਣ। ਕਿਉਂ ਜ਼ਿਆਦਾ ਦੌੜਨਾ, ਫੇਰ ਵੀ ਥੱਕ ਕੇ ਡਿੱਗਣਾ ਹੀ ਹੈ। ਓਨਾ ਕਿ ਦੌੜੋ ਜਿਹੜਾ ਥਕੇਵਾਂ ਹੋਵੇ ਹੀ ਨਾ। ਸਦਾ ਹੀ ਚੱਲਦੇ ਰਹੀਏ, ਸਦਾ ਹੀ ਆਪਣਾ ਕਰਮ ਕਰਦੇ ਹੀ ਰਹੀਏ। ਇੱਕ ਦਿਨ ਜ਼ਿਆਦਾ ਕਰ ਲਿਆ, ਮੁੜ ਕੇ ਬਿਲਕੁਲ ਹੀ ਛੱਡ ਗਏ। ਇੱਕ ਦਿਨ ਤਾਂ ਬਹੁਤ ਬਾਣੀ ਪੜ੍ਹ ਲਈ, ਮੁੜ ਕੇ ਕਈ ਦਿਨ ਸ੍ਰੀ ਜਪਜੀ ਸਾਹਿਬ ਨਾ ਪੜ੍ਹਿਆ। ਇੱਕ ਦਿਨ ਮਾਲਾ ਬਹੁਤ ਫੇਰ ਲਈਆਂ, ਮੁੜ ਕੇ ਕੋਈ ਮਾਲਾ ਵੀ ਨਾ ਕੀਤੀ। ਇੱਕ ਦਿਨ ਤਾਂ ਸਾਰਾ ਦਿਨ ਹੀ ਗੁਰਦੁਆਰੇ ਸੰਗਤ ਕਰਦੇ ਰਹੇ, ਮੁੜ ਕੇ ਕਦੀ ਬੜੇ ਹੀ ਨਾ ਸਾਲਾਂ ਵੱਧੀ। ਹੁਣ ਇੱਕੋ ਦਿਨ ਕਹੀਏ ਸਾਰੇ ਸਾਲ ਦੀਆਂ ਰੋਟੀਆਂ ਖਾ ਲਈਆਂ ਜਾਣ, ਬੜਾ ਮੁਸ਼ਕਿਲ ਹੈ। ਬੁਰਕੀਆਂ 2 ਵੀ ਵੱਧ ਖਾ ਲਈਏ, ਪੇਟ ਨੂੰ ਤਕਲੀਫ ਹੁੰਦੀ ਹੈ, ਮਨ ਨੂੰ ਵੀ ਹੁੰਦੀ ਹੈ। ਕਰਮ ਤਾਂ ਉਹੀ ਹੈ ਜਿਹੜਾ ਰੋਜ਼ਾਨਾ ਕਰਦੇ ਹੀ ਰਹੀਏ, ਸਿਮਰਨ ਵੀ ਉਹ ਜਿਹੜਾ ਰੋਜ਼ਾਨਾ ਹੁੰਦਾ ਹੀ ਰਹੇ, ਸੇਵਾ ਵੀ ਉਹੀ ਹੈ, ਗੁਰੂ ਚਰਨਾਂ 'ਚ ਆਉਣਾ ਵੀ ਉਹੀ ਹੈ, ਰੋਜ਼ ਸਤਸੰਗ ਹੁੰਦੀ ਰਹੇ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਮਨ ਬੇਧਿਆ ਦਇਆਲ ਸੇਤੀ ਮੇਰੀ ਮਾਈ। ਹੇ ਭਾਈ, ਅਸੀਂ ਆਪਣੇ ਮਨ ਨੂੰ ਗੁਰੂ ਦੇ ਪਿਆਰ ਸਹਿਤ ਹੋ ਕੇ ਬਿਨ ਲਿਆ। ਹੁਣ ਇਹਦਾ ਆਉਣਾ ਜਾਣਾ ਮੁੱਕ ਗਿਆ ਹੈ। ਹੁਣ ਇਹ ਭੱਜਣ ਨੱਠਣ ਜੋਗਾ ਹੀ ਨਹੀਂ ਰਿਹਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਇ ਗਿਰ ਪਰਿਆ, ਪਰਿਆ ਕਰੇ ਜੈ ਸ਼ੇਖ। ਹੁਣ ਕਿੱਧਰ ਜਾਣਾ ਹੈ। ਹੁਣ ਤਾਂ ਨਸਣ ਭੱਜਣ ਜੋਗੇ ਰਹਿ ਹੀ ਨਹੀਂ ਗਏ। ਪਾਵਾਂ ਤੇ ਪਿੰਗਲ ਭਇਆ, ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਪਾਵਾਂ ਤੇ ਪਿੰਗਲ ਪਿਆ। ਹੁਣ ਪਿੰਗਲਾ ਹੋ ਗਿਆ, ਹੁਣ ਕਿੱਧਰ ਨੂੰ ਜਾਣਾ। ਇਸ ਕਲਕੰਬ ਕਲਪਾਂ ਰੂਪੀ ਜਿਹੜੇ ਲੱਤਾਂ ਬਾਹਾਂ ਭੰਨ ਦਿੱਤੀਆਂ ਨਾ, ਇਹ ਜਿਹੜੇ ਫੁਰਨੇ ਸੀ ਇਹੀ ਦੁੜਾਈ ਫਿਰਦੇ ਸੀ। ਜਦੋਂ ਫੁਰ ਅਵਸਥਾ ਹੋ ਗਈ ਫਿਰ ਤਾਂ ਸੁਤੇ ਸਿੱਧੇ ਸਮਾਧੀ ਲੱਗ ਜਾਂਦੀ ਹੈ। ਬਹੁਤੇ ਯਤਨ ਕਰਨ ਦੇ ਲੋੜ ਹੀ ਨਹੀਂ ਪੈਂਦੇ ਹੈਗੇ। ਫੁਰਨਾ ਹੀ ਮਨ ਨੂੰ ਟਿਕਣ ਨਹੀਂ ਨਾ ਦਿੰਦਾ। ਉਹ ਮਨ ਨੂੰ ਅਸ਼ਾਂਤ ਕਰਦਾ ਹੈ। ਬੜੇ ਬੜੇ ਮਨੋਰਾਜ ਮਨ ਵਿੱਚ ਕਰੀ ਜਾਣੇ, ਉਹਦੇ ਨਾਲ ਮਨ ਨੂੰ ਅਸ਼ਾਂਤੀ ਹੁੰਦੀ ਹੈ। ਭਜਨ ਕਰਨ ਦਾ ਪ੍ਰਯੋਜਨ ਹੀ ਇਹ ਹੈ। ਬਾਸਨ ਮੇਟ ਨਿਵਾਸਨ ਹੋਈ ਹੈ। ਬਾਸ਼ਨਾ ਨੂੰ ਖਤਮ ਕਰਕੇ ਬਾਸ਼ਨਾ ਤੋਂ ਰਹਿਤ ਹੋ ਜਾਣਾ। ਲੋਕ ਬਾਸ਼ਨਾ ਹੈ। ਲੋਕ ਕਹਿਣੇ ਬਹੁਤ ਚੰਗਾ ਹੈ। ਚੰਗਾ ਨੋ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਇਸ ਵਾਸਤੇ ਲੋਕ ਵਾਸ਼ਨਾ, ਲੋਕਾਂ ਵਿੱਚ ਮੇਰਾ ਜਸ ਹੋਵੇ, ਵਡਿਆਈ ਹੋਵੇ, ਮਾਣ ਸਤਿਕਾਰ ਹੋਵੇ, ਲੋਕ ਮੇਰੀ ਨਿੰਦਾ ਆਲੋਚਨਾ ਨਾ ਕਰਨ।
ਸਾਰੇ ਚੰਗਾ ਚੰਗਾ ਹੀ ਕਹਿਣ ਅਤੇ ਪੁੱਤਰ ਵਾਛਨਾ ਇਹ ਵੀ ਮਨ ਨੂੰ ਬੜਾ ਬੇਚੈਨ ਕਰਦੀ ਹੈ। ਇਹਦੇ ਵਾਸਤੇ ਵੀ ਇਨਸਾਨ ਕਈ ਤਰ੍ਹਾਂ ਦੇ ਜਫਰ ਜਾਲਦੇ ਹੈ। ਖੂਹਾਂ 'ਚ ਬਹਿ ਬਹਿ ਕੇ ਦੀਵੇ ਜਗਾਉਂਦੇ ਹੈ, ਚਰਸਤਿਆਂ 'ਚ ਬੱਕਰੀਆਂ ਨੇ ਸਿਰੀਆਂ ਵੱਢ ਵੱਢ ਕੇ ਸੰਧੂਰ ਭੁੱਕ ਕੇ ਰੱਖਦੇ ਹੈ, ਟੂਣੇ ਟਾਮਣ ਕਰਦੇ, ਜੰਤਰ ਮੰਤਰ ਤੰਤਰ। ਕਿਸ ਤਰ੍ਹਾਂ ਦੇ ਲੋਕ ਪਾਪ ਕਰਮ, ਪੁੱਤਰ ਵਾਸਤੇ ਲੋਕਾਂ ਦੇ ਪੁੱਤ ਦੀ ਬਲੀ ਤੱਕ ਵੀ ਲੋਕ ਦਿੰਦੇ ਹੈ। ਬਲੀ ਦੇ ਕੇ ਖੁਸ਼ ਕਰਾਂ ਦੇਵੀ ਨੂੰ, ਮੇਰੇ ਪੁੱਤਰ ਹੋ ਜਾਏ, ਐਸੇ ਪਾਪ ਕਰਮ ਵੀ ਕਰਦੇ ਹਨ। ਇਸ ਵਾਸਤੇ ਸਾਧ ਸੰਗਤ ਜੀ ਇਹ ਵੀ ਵਾਸ਼ਨਾ ਇਸ ਤਰ੍ਹਾਂ ਦੀ ਹੈ। ਵਿੱਤ ਧਨ ਦੀ ਵਾਸ਼ਨਾ ਹੈ ਕਿ ਮੈਂ ਅਮੀਰ ਹੋ ਜਾ, ਮੇਰੇ ਬਰਾਬਰ ਕੋਈ ਨਾ ਹੋਵੇ। ਇਹ ਵੀ ਬੜੀ ਭੱਜ ਨਸ ਲੱਗੀ ਹੋਈ ਹੈ। ਸ਼ਾਸਤਰ ਵਾਸ਼ਨਾ, ਮੈਂ ਬੜਾ ਕਿਤਾਬੀ ਗਿਆਨ ਹਾਸਲ ਕਰ ਲਵਾਂ, ਮੇਰੇ ਬਰਾਬਰ ਕੋਈ ਖੜ੍ਹੇ ਨਾ, ਮੇਰੇ ਗਿਆਨ ਦੇ ਬਰਾਬਰ ਕੋਈ ਖਲੋਵੇ ਨਾ, ਹਾਜ਼ਰ ਜਵਾਬੀ ਹੋਵਾਂ, ਇੱਕ ਦੀਆਂ ਚਾਰ ਚਾਰ ਕਹਿ ਕੇ ਸੁਣਾਵਾਂ। ਇਹ ਵਾਸ਼ਨਾਵਾਂ ਹਨ। ਸੁਤ ਵਿਥ ਇਹ ਜਿਹੜੀਆਂ ਵਾਸ਼ਨਾ ਇਹ ਮਨ ਨੂੰ ਕਲੇਸ਼ ਦਿੰਦੀਆਂ ਹਨ। ਇਹਨਾਂ ਦੇ ਰੁਕ ਜਾਣ ਨਾਲ ਮਨ ਰੁਕ ਜਾਂਦਾ ਹੈ। ਮਨ ਦੇ ਰੁਕਣ ਨਾਲ ਫਿਰ ਹੌਲੀ ਹੌਲੀ ਬੁੱਧੀ ਵੀ ਨਿਰਮਲ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾਮ ਅਭਿਆਸ ਨਾਲ ਫਿਰ ਜਦੋਂ ਬੁੱਧੀ ਨਿਰਮਲ ਹੁੰਦੀ ਹੈ, ਗਿਆਨ ਦੁਆਰਾ ਆਤਮਾ ਵੀ ਸਾਖਿਆਤ ਪਰਮਾਤਮਾ ਦੇ ਵੀ ਦਿਵ ਦਰਸ਼ਨ ਹੁੰਦੇ ਹੈ। ਪਰ ਪੜ੍ਹਦਾ ਐਸਾ ਪਿਆ ਹੋਇਆ ਇਹ ਸਮਝਦਾ ਹੀ ਨਹੀਂ। ਬਾਬਾ ਸ੍ਰੀ ਚੰਦ ਜੀ ਮਹਾਰਾਜ ਜਦੋਂ ਜਗਨਨਾਥ ਦੀ ਯਾਤਰਾ ਗਏ, ਧੂਣਾ ਰਮਾ ਕੇ ਬੈਠੇ ਸੀ। ਪੰਡਿਆਂ ਨੇ ਕੋਈ ਸਤਿਕਾਰ ਪਿਆਰ ਨਹੀਂ। ਅੰਦਰ ਆਰਤੀਆਂ ਉਤਾਰ ਰਹੇ ਸੀ, ਮੋਹਨ ਭੋਗ ਲਵਾ ਰਹੇ ਸਨ। ਰਾਜੇ ਵੱਲੋਂ ਪ੍ਰਸ਼ਾਦ ਆਉਂਦਾ ਸੀ, ਸੋਨੇ ਦੇ ਥਾਲਾਂ ਵਿੱਚ ਭੋਗ ਲਵਾਉਂਦੇ ਸੀ। ਇਹਨਾਂ ਨੇ ਹੁਣ ਕਰਮ ਕਿਰਿਆ ਕੀਤੀ, ਭਗਵਾਨ ਦੀ ਲੀਲਾ ਐਸੀ ਹੋਈ। ਉਹ ਲੱਗਿਆ ਲਗਾਇਆ ਥਾਲ ਬਾਬਾ ਸ੍ਰੀ ਚੰਦ ਦੇ ਕੋਲ ਆ ਗਿਆ। ਜਿਹੜੇ ਪੰਡਿਆਂ ਨੇ ਦੇਖਿਆ ਵੀ ਥਾਲ ਕਿੱਥੇ ਗਿਆ, ਬਾਕੀ ਬਰਤਨ ਕਿੱਥੇ ਗਏ। ਉਹਨੇ ਕਿਹਾ ਰਾਜੇ ਵੱਲੋਂ ਆਉਂਦਾ ਹੈ। ਰਾਜਾ ਕਹਿ ਗਿਆ ਪੰਡਿਆਂ ਦੀ ਸ਼ਰਾਰਤੀ ਨਹੀਂ ਚੋਰੀ ਕੀਤੀ ਹੈ, ਸਾਡਾ ਘਾਣ ਬੱਚਾ ਪੀੜੇਗਾ, ਸਜ਼ਾ ਦੇਵੇਗਾ। ਬੜੇ ਹੈਰਾਨ ਹੋਏ। ਇੱਕ ਨੇ ਦੇਖਿਆ ਸੀ ਕਿ ਉਹ ਥਾਲ ਬਾਬਾ ਸ੍ਰੀ ਚੰਦ ਜੀ ਕੋ ਭਾਈ ਕਮਲੀਆ ਜੀ ਉਹਨੇ ਭੋਜਨ ਛਕਿਆ। ਛਕਣ ਤੋਂ ਬਾਅਦ ਉਹ ਭਾਂਡੇ ਜਿਹੜੇ ਸੀ ਸਮੁੰਦਰ ਵਿੱਚ ਫੈਂਕ ਦਿੱਤੇ ਗਏ। ਪੰਡਿਆਂ ਨੂੰ ਦੱਸਿਆ, ਉਹ ਕਹਿਣ ਲੱਗੇ ਨਹੀਂ, ਸਾਧਾਂ ਦਾ ਰੂਪ ਧਾਰਿਆ ਹੈ ਕਿ ਚੋਰ ਆ, ਐਵੇਂ ਧੂਣਾ ਪਾ ਕੇ ਬੈਠੇ ਆ। ਇਹਨੇ ਭਗਵਾਨ ਦੇ ਮੰਦਰ ਵਿੱਚੋਂ ਭਗਵਾਨ ਦੇ ਨਿਮਿੱਤ ਜਿਹੜੇ ਭਾਂਡੇ ਸੀ ਉਹ ਚੋਰੀ ਕੀਤੇ, ਬਾਕੀਆਂ ਨਾਲ ਕੀ ਕਰਦੇ ਹੋਣਗੇ। ਉਹ ਪੰਡੇ ਆ ਕੇ ਬੜਾ ਊਲ ਜਲੂਲ ਬੋਲਣ ਲੱਗ ਪਏ। ਕਹਿੰਦੇ ਪਈ ਅਸੀਂ ਤਾਂ ਮੰਦਰ 'ਚ ਗਏ ਵੀ ਨਹੀਂ, ਭਾਂਡੇ ਚੁੱਕਣ ਦਾ ਤਾਂ ਹੁੰਦਾ ਜੇ ਅੰਦਰ ਜਾਂਦੇ, ਤੁਹਾਡੇ ਪਹਿਰੇ ਪੂਰੇ ਸੀ। ਕਹਿੰਦੇ ਜੇ ਭਗਵਾਨ ਨੇ ਕਿਰਪਾ ਕਰਕੇ ਸਾਨੂੰ ਭੋਜਨ ਆਪ ਪਰੋਸ ਕੇ ਦਿੱਤਾ, ਇਹਦੇ 'ਚ ਮਾੜੀ ਗੱਲ ਕਿਹੜੀ। ਆਖੇ ਫਿਰ ਭਾਂਡੇ ਕਿੱਥੇ ਹੈ। ਕਹਿੰਦੇ ਸਾਨੂੰ ਤਾਂ ਇੱਛਾ ਨਹੀਂ, ਅਸੀਂ ਸਮੁੰਦਰ 'ਚ ਸਿੱਟ ਦਿੱਤੇ। ਉਹ ਸਿੱਟਦੇ ਵੀ ਦੇਖੇ ਸੀ। ਹੁਣ ਪਿੱਟਣ ਲੱਗੇ ਕਿ ਇਹ ਤਾਂ ਕੋਈ ਕਲਾਵਾਨ ਹਨ। ਫਿਰ ਮੁਆਫੀਆਂ ਮੰਗੀਆਂ ਕਿ ਮਹਾਰਾਜ ਉਹ ਬਰਤਨ ਨਹੀਂ, ਰਾਜਾ ਸਾਡਾ ਘਾਣ ਬੱਚਾ ਪੀੜੇਗਾ। ਕਹਿਣ ਲੱਗੇ ਜਾਓ ਪਛਾਣ ਕੇ ਕੱਢ ਲਓ। ਉਹ ਸਮੁੰਦਰ ਦੀ ਛੱਲ ਵੱਜੀ, ਉੱਥੇ ਕਈ ਇਸ ਤਰ੍ਹਾਂ ਦੇ ਥਾਲ ਥੂਲ ਜਿਹਾ ਪਏ। ਫਿਰ ਮਾਫੀ ਮੰਗੀ, ਪਾਣੀ ਖਾਰਾ ਸੀ। ਫਿਰ ਬਾਬਾ ਜੀ ਨੂੰ ਬੇਨਤੀ ਕੀਤੀ
ਅਤੇ ਮਿੱਠੇ ਜਲ ਦੀ ਬੌਲੀ ਵੀ ਪੈਦਾ ਕੀਤੀ। ਸੋ ਇਸ ਪ੍ਰਕਾਰ ਜਿਹੜੇ ਕਲਾਵਾਨ ਪੁਰਸ਼ ਜਿਨ੍ਹਾਂ ਦੇ ਅੰਦਰ ਸ਼ਬਦ ਵਸ ਜਾਂਦਾ ਹੈ, ਉਹਨਾਂ ਦੇ ਅੰਦਰ ਸਾਰੀ ਤਰ੍ਹਾਂ ਦੀ ਬਰਕਤ ਹੁੰਦੀ ਹੈ। ਕਿਉਂਕਿ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨ ਆਵਾ, ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ। ਹੇ ਭਾਈ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਦੇ ਸੇਤੀ ਸਹਿਤ ਉਪਦੇਸ਼ ਦੁਆਰਾ ਕਾਬੂ ਵਿੱਚ ਕਰ ਲਿਆ ਹੈ। ਕੌਣ ਜਾਣੇ ਪੀਰ ਪਰਾਈ। ਉਹ ਤਾਂ ਆਨੰਦ ਸਰੂਪ ਹੋ ਜਾਂਦੇ ਹੈ। ਪਰਾਈ ਪੀੜਾ ਨੂੰ ਕੌਣ ਜਾਣਦਾ? ਇਹ ਭੁੱਖਾ ਹੈ, ਪਿਆਸਾ ਹੈ, ਜਾਂ ਇਹਨੂੰ ਹੋਰ ਚੀਜ਼ ਦੀ ਲੋੜ ਹੈ। ਅਤੇ ਜਿਹੜਾ ਸਾਰਿਆਂ ਨੂੰ ਆਪਣਾ ਆਪ ਸਮਝਦਾ, ਉਹ ਜਿਹੋ ਹੀ ਸਮਝਦਾ ਮੈਨੂੰ ਪੀੜ ਆ, ਉਹੋ ਜਿਹੀ ਦੂਜੇ ਨੂੰ ਹੋਏਗੀ। ਫਿਰ ਉਹ ਉਹਦੀ ਪੀੜ ਦੂਰ ਕਰਨ ਦਾ ਯਤਨ ਕਰੇਗਾ ਨਾ। ਅਤੇ ਜਿਹੜਾ ਦੂਸਰਾ ਉਹ ਤਾਂ ਕਿਉਂਕਿ ਵਿਦਿਆ ਵਿਵਾਦਾਏ ਤਨੰ ਮਦਾਦਾ ਦੇ, ਵਿਦਿਆ ਦੁਆਰਾ ਬਾਦ ਵਿਵਾਦ ਕਰਦੇ ਆ। ਧਨ ਦਾ ਹੰਕਾਰ, ਸ਼ਕਤੀ ਪ੍ਰੇਸਾਂ ਪਰ ਪੀੜਨ ਆਏ। ਸ਼ਕਤੀ ਹੋ ਜਾਏ ਉਹ ਸ਼ਕਤੀ ਪਾ ਕੇ ਪਰਾਏ ਨੂੰ ਪੀੜਾ ਦਿੰਦੇ ਆ। ਹੁਣ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਾਬਲ ਵਿੱਚ ਗਏ ਸੀ ਨਾ, ਅਤੇ ਲਛਮਣ ਦੱਤ ਉਹਦਾ ਪੁੱਤਰ ਰਤਨ ਰਾਮ ਉੱਥੇ ਘੜਿਆਲ ਸ਼ੰਖ ਵਜਾਉਣਾ ਬੰਦ ਕੀਤਾ ਹੋਇਆ ਸੀ ਹਿੰਦੂਆਂ ਦਾ। ਉਹ ਲਛਮਣ ਦੱਤ ਨੇ ਘਰ 'ਚ ਹੀ ਮੰਦਰ ਬਣਾ ਕੇ ਪੂਜਾ ਕਰਦਾ ਹੁੰਦਾ ਸੀ। ਉਹ ਤਾਂ ਸਿਆਣਾ ਸੀ। ਉਹ ਬਾਬਾ ਸ੍ਰੀ ਚੰਦ ਗਏ ਸੀ ਅਤੇ ਉੱਥੇ ਦਰਸ਼ਨ ਲਈ ਰੋਜ਼ ਜਾਇਆ ਕਰਦਾ ਸੀ। ਉਹ ਰਤਨ ਚੰਦ ਨਿਆਣਾ ਸੀ, ਉਹਨੇ ਕਿਤੇ ਸ਼ੰਖ ਵਜਾ ਦਿੱਤਾ। ਜਿਹੜੇ ਸ਼ੰਖ ਵਜਾਇਆ, ਮੌਲਵੀ ਮਲਾਣੇ ਕਹਿੰਦੇ ਇਹ ਕੌਣ ਹੈ ਜਿਹਨੇ ਸ਼ੰਖ ਵਜਾਇਆ? ਉਹਨੇ ਜੀ ਉਹ ਰਤਨ ਰਾਮ ਨੂੰ ਪਕੜ ਲਿਆ, ਗ੍ਰਿਫਤਾਰ ਕਰ ਲਿਆ। ਬਾਦਸ਼ਾਹ ਨੂੰ ਸ਼ਿਕਾਇਤ ਕਰਤੀ, ਇਹ ਇਸਲਾਮੀ ਦੇਸ਼ ਹੈ, ਇੱਥੇ ਸ਼ੰਖ ਕਿਵੇਂ ਵੱਜਿਆ? ਕਤਲ ਦਾ ਹੁਕਮ ਹੋ ਗਿਆ ਕਿ ਦਿਨ ਦੇ 12 ਵਜੇ ਕਤਲ ਹੋਏਗਾ। ਜਲਾਦਾਂ ਨੂੰ ਤਿਆਰ ਕਰ ਦਿੱਤਾ ਗਿਆ। ਇਹ ਹੁਣ ਲਛਮਣ ਦੱਤ ਬਾਬਾ ਜੀ ਕੋਲ ਰੋ ਰਿਹਾ। ਉਹਨੇ ਧੂਣੇ ਦੀ ਵਿਭੂਤੀ ਦਿੱਤੀ ਕਿ ਜਾ ਕੇ ਉਹਦੇ ਮੱਥੇ ਨੂੰ ਮਲ ਦੇ, ਉਹਦਾ ਮਨ ਬਲਵਾਨ ਰਹੇ। ਇਹ ਆਗਿਆ ਲੈ ਕੇ ਗਿਆ, ਇਵੇਂ ਕਿਵੇਂ ਕੀਤਾ ਅਤੇ ਤੈਨੂੰ ਕਿੰਨੀ ਸਜ਼ਾ ਹੋਵੇ, ਆਪਣਾ ਧਰਮ ਤਬਦੀਲ ਨਾ ਕਰੀਂ। ਬਾਬਾ ਜੀ ਦੀ ਆਸ਼ੀਰਵਾਦ ਸੀ। ਹੁਣ ਇਹ ਰੋ ਰਿਹਾ ਕਿ ਮਹਾਰਾਜ ਬੜੀ ਮੁਸ਼ਕਿਲ ਬਣ ਗਈ ਹੈ, ਕਿਰਪਾ ਕਰੋ। ਕਹਿੰਦੇ ਕੋਈ ਨਹੀਂ ਮਹਾਰਾਜ ਮਿਹਰ ਕਰਨਗੇ। ਇਹਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਜਲਾਦ ਆ ਗਏ, ਉਹ ਤਲਵਾਰ ਚੁੱਕੀ, ਬਾਹਾਂ ਥੱਲੇ ਨਹੀਂ ਹੁੰਦੀਆਂ, ਜੜ ਹੋ ਗਏ। ਇੱਧਰ ਫਿਰ ਕਾਮਰਾਂ ਨੂੰ ਪਤਾ ਲੱਗਿਆ, ਸਭ ਨੇ ਆ ਕੇ ਮੁਆਫੀ ਮੰਗੀ। ਕਹਿਣ ਲੱਗੇ ਭਾਈ ਨਾਇਕ ਨੇ ਸਾਰੀ ਮਖਲੂਕ ਨੂੰ ਪੈਦਾ ਕਰਨ ਵਾਲਾ ਖੁਦਾ ਹੈ, ਔਰ ਰੱਬੁਲ ਆਲਮੀਨ ਸਾਰਿਆਂ 'ਚ ਉਹੀ ਹੈ। ਫਿਰ ਇਹ ਫਿਰਕਾ ਪ੍ਰਸਤੀ ਦਵੈਸ਼ ਕਿਉਂ? ਬਚਨ ਕਰੋ ਕਿ ਗਾਂ ਵਾਸਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਢਾਓਗੇ। ਹਰ ਇੱਕ ਨੂੰ ਆਪਣੇ ਧਰਮ ਵਿੱਚ ਰਹਿ ਕੇ ਸੁਤੰਤਰ ਤੌਰ 'ਤੇ ਪੂਜਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਜਿਹੜੇ ਮਹਾਂਪੁਰਖ ਹਨ, ਉਹ ਜਿਹੜੇ ਇਸ ਤਰ੍ਹਾਂ ਦੇ ਦਵੈਤਵਾਦੀ ਲੋਕ, ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦੇ ਜੀਵਨ ਵਿੱਚੋਂ ਇਹ ਦਵੈਸ਼ ਵਾਲਾ ਭਾਵ ਖਤਮ ਕਰਕੇ ਸਾਰੀ ਪ੍ਰਜਾ ਲਈ ਹਿਤਕਾਰੀ ਜੀਵਨ ਬਣਾਉਣ ਦਾ ਉਪਦੇਸ਼ ਦਿੰਦੇ ਆ। ਇਸ ਵਾਸਤੇ ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਪਰਾਈ ਪੀਰ ਨੂੰ ਉਹ ਜਾਣੇਗਾ ਜਿਹੜਾ ਸਾਰਿਆਂ 'ਚ ਪਰਮਾਤਮਾ ਦੇਖੇਗਾ।
ਹੁਣ ਜਿਹੜੇ ਪੀੜ ਦੇਣ ਵਾਲੇ ਹੈਗੇ ਤਾਂ ਉਹ ਵੀ ਮਨੁੱਖੇ ਸੀ। ਇੱਧਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਨ। ਉਹਨਾਂ ਨੇ ਦੇਖਿਆ ਕਿ ਕਾਬਲ ਕੰਧਾਰ ਦੇ ਅੰਦਰ, ਕਸ਼ਮੀਰ ਦੇ ਅੰਦਰ ਕਿੰਨੇ ਜ਼ੁਲਮ ਹੋ ਰਿਹਾ, ਇਹਨਾਂ ਦਾ ਧਰਮ ਤੱਕ ਇਹਨਾਂ ਤਬਦੀਲ ਕੀਤਾ ਜਾ ਰਿਹਾ। ਉੱਥੇ ਉੱਥੇ ਗਏ, ਜਾ ਜਾ ਕੇ ਬਿਆੰਤਰਾਂ ਦੇ ਕੌਤਕ ਕ੍ਰਿਸ਼ਮੇ ਦਿਖਾਏ ਕਿ ਉਹਨਾਂ ਲੋਕਾਂ ਨੂੰ ਵੀ ਸਿੱਧੇ ਰਸਤੇ ਪਾਇਆ। ਅਤੇ ਬਾਕੀ ਜਿਹੜਾ ਸੰਸਾਰ ਆ ਉਹ ਪਰਾਈ ਪੀਰਾਂ ਨੂੰ ਕੌਣ ਜਾਣਦਾ। ਆਪਣੇ ਸੁੱਖ ਵਾਸਤੇ ਦੂਏ ਨੂੰ ਦੁੱਖ ਦੇਣਾ, ਇਹ ਇਨਸਾਨ ਦੀ ਇੱਕ ਫਿਤਰਤ ਬਣੀ ਹੋਈ ਹੈ। ਪਰ ਜਿਹੜਾ ਇਹ ਸਮਝ ਲੈਂਦਾ ਕਿ ਸਾਰਿਆਂ ਜੋਤੀ ਸਰੂਪ ਪਰਮਾਤਮਾ ਇੱਕੋ ਹੀ ਹੈ, ਉਹ ਫਿਰ ਜਿਸ ਤਰ੍ਹਾਂ ਆਪ ਸੁੱਖ ਚਾਹੁੰਦਾ ਦੂਏ ਨੂੰ ਵੀ ਸੁੱਖ ਦੇਣ ਦੀ ਕੋਸ਼ਿਸ਼ ਕਰਦਾ। ਇਹ ਤਾਂ ਖੂਹ ਦੀ ਆਵਾਜ਼ ਆ ਨਾ। ਜਾ ਕੇ ਕਹਾਂਗੇ ਆਓ ਮਹਾਰਾਜ, ਆਵਾਜ਼ ਵਾਪਸ ਲੌਟ ਕੇ ਆਏਗੀ, ਆਓ ਮਹਾਰਾਜ। ਜੇ ਕਿਸੇ ਲਈ ਦੁਰ ਸ਼ਬਦ ਬੋਲਾਂਗੇ ਉਸ ਤਰ੍ਹਾਂ ਦੀ ਆਵਾਜ਼ ਆਏਗੀ। ਇਹ ਜਾਣ ਲਓ, ਤੁਸੀਂ ਦੂਏ ਦੀ ਸੇਵਾ ਨਹੀਂ ਕਰਦੇ, ਸਮਝੋ ਆਪਣੀ ਸੇਵਾ ਕਰਾਉਣ ਦਾ ਰਸਤਾ ਬਣਾ ਰਹੇ ਹੋ। ਜਿਸ ਨੇ ਆਪ ਕਿਸੇ ਦੀ ਸੇਵਾ ਨਹੀਂ ਕੀਤੀ ਉਹਦੀ ਕੌਣ ਕਰੇਗਾ। ਚਾਹੁੰਦਾ ਤਾਂ ਹਰੇਕ ਹੈ ਮੇਰੀ ਹਰ ਕੋਈ ਸੇਵਾ ਕਰੇ। ਇਹਦਾ ਜਿਹੋ ਜਿਹਾ ਬੀਜ ਬੀਜਦਾ ਉਹੀ ਫਲ ਮਿਲੇਗਾ। ਇਸ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਬੜਾ ਪੁੰਨਮਈ ਕਰਮ ਆ। ਸਤਸੰਗ ਕਰਨਾ, ਭਜਨ ਬਾਣੀ ਕਰਨੀ, ਨਿਮਰਤਾ, ਗਰੀਬੀ, ਹਲੀਮੀ ਧਾਰਨੀ, ਕਿਸੇ ਦਾ ਬੁਰਾ ਨਾ ਸੋਚਣਾ, ਸਭ ਦਾ ਭਲਾ ਸੋਚਣਾ ਹੈ। ਪਰ ਜਿਹੜੇ ਮਤਸਵੀ ਲੋਕ ਆ ਉਹ ਧਰਮ ਦੀ ਆੜ ਵਿੱਚ ਕੀ ਕੁਝ ਕਰਦੇ ਆ, ਕਿੰਨਾ ਜ਼ੁਲਮ, ਕੀ ਕੁਝ। ਪਰ ਮਹਾਂਪੁਰਖ ਉਹਨਾਂ ਨੂੰ ਵੀ ਜਾ ਕੇ ਸਮੱਤ ਦਿੰਦੇ ਆ, ਉਪਦੇਸ਼ ਦਿੰਦੇ ਹਨ। ਕੌਣ ਜਾਣੇ ਪੀਰ ਪਰਾਈ, ਗਿਆਨ ਤੋਂ ਬਿਨਾਂ ਪਰਾਈ ਪੀੜਾ ਦਾ ਅਨੁਭਵ ਕੌਣ ਜਾਣਦਾ। ਅਗਿਆਨੀ ਤਾਂ ਪੀੜਾ ਦੇਣੀ ਜਾਣਦੇ ਨੇ। ਗਿਆਨਵਾਨ ਪਰਾਈ ਪੀੜਾ ਨੂੰ ਦੂਰ ਕਰਨ ਦਾ ਉਪਾਅ ਕਰਦੇ ਹਨ। ਹਮ ਨਾਹੀ ਚਿੰਤ ਪਰਾਈ। ਹਾਂ, ਸਾਨੂੰ ਤਾਂ ਪਰਾਈ ਕੋਈ ਚਿੰਤਾ ਹੀ ਨਹੀਂ। ਹੁਣ ਗੁਆਂਢੀ ਦੇ ਨਿਆਣੇ ਭੁੱਖੇ ਰਹਿਣ, ਗੁਆਂਢੀ ਨੂੰ ਹੈ ਫਿਕਰ। ਆਪਣਿਆਂ ਵਾਸਤੇ ਤਾਂ ਕਈ ਤਰ੍ਹਾਂ ਦੇ ਪਾਪ ਕਰਕੇ ਜਫਰ ਜਾਲ ਕੇ ਵੀ ਉਹਨਾਂ ਨੂੰ ਚੋਗਾ ਦੇਵੇਗਾ। ਪਰ ਜਿਹੜਾ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ, ਅੱਜ ਵੀ ਦੇਖ ਲਓ ਥਾਂ ਥਾਂ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਲੱਗਦੇ ਆ। ਪਤਾ ਵੀ ਸਾਰੇ ਸੰਸਾਰ ਨੂੰ, ਕਈ ਵਾਰੀ ਵਡਿਆਈ ਵੀ ਕਰਦੇ ਆ। ਫਿਰ ਵੀ ਸਾਧ ਸੰਗਤ ਜੀ ਦਵੈਸ਼ ਵਾਲਾ ਵਿਤਕਰਾ ਫੇਰ ਨਹੀਂ ਤਿਆਗਦੇ ਹੈਗੇ। ਲੋਕ ਜਿਹੜੇ ਆ ਕਹਿਣਗੇ ਤਾਂ ਵੀ ਬੜਾ ਚੰਗਾ ਕੰਮ ਕੀਤਾ, ਅਤੇ ਚੰਗਾ ਕਰਨ ਵਾਲਿਆਂ 'ਤੇ ਬੁਰਾ ਵੀ ਕਰੀ ਜਾਂਦੇ ਆ। ਕਿਉਂਕਿ ਸਾਨੂੰ ਪਰਾਈ ਚਿੰਤਾ ਨਹੀਂ। ਪਰ ਜਿਹਦੇ ਅੰਦਰ ਦਇਆ ਵਾਲਾ ਭਾਵ ਆ, ਉਹ ਆਪਣਾ ਬਗਾਰ ਬਰਾਨਾ ਸਾਂਢੇ, ਆਪਣਾ ਵਿਗਾੜ ਕੇ ਵੀ ਦੂਏ ਦਾ ਭਲਾ ਕਰਦੇ ਆ। ਅਤੇ ਆਮ ਲੋਕ ਜਿਹੜੇ ਆ ਆਪਣੇ ਭਲੇ ਵਾਸਤੇ ਦੂਏ ਦਾ ਵੀ ਬੁਰਾ ਕਰਦੇ ਆ। ਪਰ ਜਿਹੜਾ ਗੁਰੂ ਮਹਾਰਾਜ ਦਾ ਘਰ ਦਾ ਉਪਦੇਸ਼ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਇਸ ਵਾਸਤੇ ਭਲਿਆਂ ਨਾਲ ਭਲਾਈ ਕਰਨੀ, ਸਭ ਕੋਈ ਜਾਣੇ, ਪਰ ਬੁਰਿਆਂ ਦੇ ਨਾਲ ਭਲਾਈ ਕਰਨੀ। ਅਤੇ ਮਹਾਰਾਜ ਨੇ ਸਿਧਾਂਤ ਦਿੱਤਾ ਵੀ ਸਭ ਦਾ ਹੀ ਭਲਾ, ਸਰਬੱਤ ਦਾ ਹੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਵਿਸਰਾਮ ਦੇ ਕੇ ਗੁਰੂ ਮਹਾਰਾਜ ਜੀ ਟੇਕ ਦੀ ਪੰਕਤੀ ਦੁਆਰਾ ਉਪਦੇਸ਼ ਬਖਸ਼ਦੇ ਹਨ। ਅਗਮ ਅਗੋਚਰ ਲਖ ਅਪਾਰ। ਉਹ ਪਰਮੇਸ਼ਰ ਅਗੰਮਿਆ, ਗਮਤਾ ਖੌਫ ਤੋਂ ਰਹਿਤ, ਮਨ ਇੰਦਰੀਆਂ ਦੀ ਬੁੱਧੀ ਦੀ ਪਹੁੰਚ ਤੋਂ ਪਰੇ। ਅਗੋਚਰ ਇੰਦਰੀਆਂ ਦੀ ਪਹੁੰਚ 'ਤੇ, ਅਗੰਮ ਮਨ ਬੁੱਧੀ ਦੀ ਪਹੁੰਚ ਤੋਂ ਪਰੇ।
ਉਹ ਐਸਾ ਹੈ ਅਲਖ, ਲਖਿਆ ਨਹੀਂ ਜਾਂਦਾ। ਅਪਾਰਾ, ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਚਿੰਤਾ ਕਰੋ ਹਮਾਰੀ। ਹੇ ਸਤਿਗੁਰੂ ਜੀ, ਸਾਡੀ ਚਿੰਤਾ ਕਰੋ। ਕਸ਼ਮੀਰੀ ਪੰਡਤ ਆਏ ਸੀ ਨਾ ਮਹਾਰਾਜ, ਹੁਣ ਤਾਂ ਸਾਰੇ ਦੇਵੀ ਦੇਵਤੇ ਜਵਾਬ ਦੇ ਗਏ। ਇਹ ਨੌਵੇਂ ਪਾਤਸ਼ਾਹ, ਸਾਡੀ ਚਿੰਤਾ ਕਰੋ, ਸਾਡਾ ਧਰਮ ਬਚ ਜਾਏ। ਸ਼੍ਰੀ ਅਨੰਦਪੁਰ ਸਾਹਿਬ, ਭੋਰਾ ਸਾਹਿਬ, 9 ਸਾਲ ਦੀ ਅਵਸਥਾ, 10ਵੇਂ ਗੁਰੂ ਜੀ ਆਏ। ਪਿਤਾ ਜੀ ਗੰਭੀਰ ਸੋਚ ਵਿੱਚ ਬੈਠੇ ਹੋ। ਇਹ ਕਿਰਪਾਚਾਰ ਸਪੂਰਨ ਦਾਸ ਵੱਖ ਵੱਖ ਹਿੰਦੁਸਤਾਨ ਦੇ ਸੂਬਿਆਂ ਦਾ 900 ਵਿਦਵਾਨਾਂ ਦਾ ਡੈਪੂਟੇਸ਼ਨ ਆਇਆ ਹੈ ਕਿ ਔਰੰਗਜ਼ੇਬ ਦਾ ਬੜਾ ਭਾਰੀ ਸਖਤ ਹੁਕਮ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਮੁਸਲਮਾਨ ਕੀਤਾ ਜਾਏ। 1.25 ਮਣ ਜੰਝੂ ਲਾ ਕੇ ਤੋਲ ਕੇ ਇੰਨਿਆਂ ਨੂੰ ਕਤਲ ਕਰਕੇ ਉਹ ਪਾਣੀ ਪੀ ਰਿਹਾ ਕਿ ਮੈਂ 2 ਤੋਂ 1 ਕਰਨਾ। ਸਾਡੇ ਵਾਸਤੇ ਸਖਤ ਹੁਕਮ ਹੋ ਚੁੱਕਿਆ ਹੈ। ਦੇਵੀ ਦੇਵਤੇ ਜਵਾਬ ਦੇ ਗਏ ਹਨ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਜਦੋਂ 10ਵੇਂ ਗੁਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਬੜੀ ਗੰਭੀਰ ਸੋਚ ਵਿੱਚ ਆਪ ਸਜੇ ਬੈਠੇ हैं। ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਹੈ। ਕਹਿੰਦੇ ਕਿਵੇਂ ਦੂਰ ਹੋਏਗਾ? ਕਹਿੰਦੇ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਕਹਿਣ ਲੱਗੇ ਤੁਹਾਡੇ ਨੂੰ ਵੱਡਾ ਮਹਾਂਪੁਰਖ ਕੌਣ ਹੈ? ਤੁਹਾਡੇ ਨੂੰ ਵੱਡਾ ਹੈਗਾ ਕੋਈ? ਕਹਿੰਦੇ ਬਸ ਇਹੀ ਤੁਹਾਡੇ ਮੁਖਾਰਬਿੰਦ ਤੋਂ ਕਹਾਉਣਾ ਸੀ। ਉਹਨਾਂ ਨੇ ਕਿਹਾ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਸਾਡੇ ਪੀਰ, ਸਾਡੇ ਗੁਰੂ, ਉਹਨਾਂ ਨੂੰ ਦੀਨ ਇਲਾਹੀ ਮਨਾ ਲਓ, ਪੜ੍ਹਾ ਲਓ ਕਲਮਾਂ ਜਿਵੇਂ ਕਹੋਗੇ। ਫਿਰ 9ਵੇਂ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਕ ਸੀਸ ਦਾ ਬਲੀਦਾਨ ਦੇ ਕੇ ਰੱਖਿਆ ਕੀਤੀ। ਅੱਜ ਸਿਆਣੇ ਤਾਂ ਮੰਨਦੇ ਪਰ ਦੁਨੀਆ ਤੋਂ ਭੁੱਲ ਚੁੱਕੀ ਹੈ, ਕਿਉਂਕਿ ਬੇੜੀ ਦਰਿਆ ਤੋਂ ਪਾਰ ਹੋ ਗਈ, ਫਿਰ ਖਵਾਜਾ ਭੁੱਲ ਜਾਂਦਾ ਨਾ। ਪਹਿਲਾਂ ਤਾਂ ਕਹਿਣਗੇ ਦਲੀਆ ਦਿਆਂਗੇ, ਖਵਾਜਾ ਹੁਣ ਰੱਖਿਆ ਕਰ। ਉਦੋਂ ਫਿਰ ਪਈ ਹੁੰਦੀ ਹੈ, ਜਿਵੇਂ ਸਮਾਂ ਲੰਘ ਜਾਂਦਾ ਸੁੱਖ ਦਾ ਥੋੜ੍ਹਾ ਜਿਹਾ ਸਾਹ ਆ ਜਾਏ, ਸਾਰੇ ਪਰਉਪਕਾਰ ਲੋਕ ਭੁਲਾ ਦਿੰਦੇ ਆ, ਪਰ ਸਿਆਣੇ ਚੇਤੇ ਰੱਖਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਪਰਾਈ ਪੀੜ ਕੌਣ ਜਾਣਦਾ? ਉਹ ਜਾਣਦਾ ਜਿਹੜਾ ਸ੍ਰਿਸ਼ਟੀ 'ਚ ਪਰਮਾਤਮਾ ਦੇਖਦਾ। ਉਹ ਉਹਨਾਂ ਨੂੰ ਸੁੱਖ ਦੇਣ ਵਾਸਤੇ ਸਾਰੀ ਤਰ੍ਹਾਂ ਦੇ ਆਪਾ ਕੁਰਬਾਨ ਵੀ ਕਰ ਦਿੰਦੇ ਹਨ। ਕੀਤਾ ਵੀ ਹੈ ਗੁਰੂ ਸਾਹਿਬ ਜੀ ਨੇ। ਪਿਤਾ ਪੁੱਤਰ ਪਰਿਵਾਰ ਕਿੰਨੇ ਸਿੰਘ ਸ਼ਹੀਦ ਕਰਾਏ, ਸਿੰਘਣੀਆਂ ਭੁਜੰਗੀ ਕੁਰਬਾਨ ਕੀਤਾ। ਪਰ ਅੱਜ ਅਸੀਂ ਅਕਿਰਤ ਘਣ ਬਣ ਗਏ। ਗੁਰੂ ਮਹਾਰਾਜ ਦੀਆਂ ਕੀਤੀਆਂ ਕੁਰਬਾਨੀਆਂ ਸਭ ਸਾਨੂੰ ਭੁੱਲ ਭੁਲਾ ਗਈਆਂ। ਸਿੱਖੀ ਤੋਂ ਪਤਿਤ ਹੋ ਕੇ ਫੈਸ਼ਨਾਂ ਦੇ ਅਧੀਨ ਹੋਏ ਹੋਏ ਬੇਮੁਖ ਹੋਏ ਫਿਰਦੇ ਹਾਂ। ਪਾਤਸ਼ਾਹ ਜੀ ਸਮੱਤ ਦੇਣ ਕਿ ਅਸੀਂ ਘਰ ਨੂੰ ਮੁੜ ਆਈਏ ਅਤੇ ਸਿੱਖੀ ਸਿਧਾਂਤ ਨੂੰ ਗ੍ਰਹਿਣ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹਾਂਜੀ। ਜਲ ਥਲ ਮਹੀਲ ਭਰਪੁਰ ਲੀਨਾ। ਉਹ ਜਲਾਂ ਵਿੱਚ, ਥਲਾਂ 'ਚ, ਮਹੀ ਧਰਤੀ ਵੱਲ, ਆਕਾਸ਼ ਵਿੱਚ, ਹਰ ਜਗ੍ਹਾ ਵਿੱਚ ਭਰਪੂਰ ਤੌਰ 'ਤੇ ਲੀਨ ਹੋ ਰਿਹਾ। ਉਹਦੀ ਸੱਤਾ ਸਫੁਰਤੀ ਦੁਆਰਾ ਹੀ ਸਾਰਾ ਕੁਝ ਹੋ ਰਿਹਾ ਹੈ। ਘਟ ਘਟ ਜੋਤ ਤੁਮਾਰੀ। ਘਟਾਂ ਘਟਾਂ ਸਾਰਿਆਂ ਵਿੱਚ ਇੱਕ ਨਿਰੰਕਾਰ ਪਰਮਾਤਮਾ ਦੀ ਜੋਤ ਬਿਰਾਜਮਾਨ ਹੋ ਰਹੀ ਹੈ। ਸਿੱਖ ਮਤ ਸਭ ਬੁੱਧ ਤੁਮਾਰੀ। ਇਹ ਸੱਚੇ ਪਾਤਸ਼ਾਹ, ਇਹ ਸਿੱਖਿਆ ਇਹ ਤੁਹਾਡੇ ਦੁਆਰਾ ਹੀ ਆ ਨਾ। ਮੱਤ ਦੇਣੀ, ਸਿੱਖ ਮੱਤ ਦੇਣੀ ਅਤੇ ਸ੍ਰੇਸ਼ਟ ਬੁੱਧੀ ਦੇਣੀ,
ਇਹ ਆਪ ਜੀ ਦੀ ਕਿਰਪਾ ਨੇ ਪ੍ਰਾਪਤ ਹੁੰਦੀ ਹੈ। ਮੰਦਰ ਸ਼ਾਵਾ ਤੇਰੇ, ਹਾਂ, ਤੇਰੇ ਜਿਹੜੇ ਮੰਦਰ ਛਾਵਾਂ ਬਣਾਵਾਂ, ਜਿੱਥੇ ਜਾ ਕੇ ਸਾਨੂੰ ਸ੍ਰੇਸ਼ਟ ਸਿੱਖਿਆ ਮਿਲੇ, ਬੁੱਧੀ ਮਿਲੇ, ਸੁਮਤ ਮਿਲੇ। ਧੰਨ ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ, ਬਾਬਾ ਸਾਧੂ ਸਿੰਘ ਜੀ, ਬਾਬਾ ਬੀਰਮਦਾਸ ਜੀ ਦੀ 14 ਸਾਲ ਸੇਵਾ ਕੀਤੀ, ਬਖਸ਼ਾਂ ਲਈਆਂ। ਜਾਓ ਗੁਰਮੁਖੋ, ਗੁਰੂ ਘਰਾਂ ਦੀ ਸੇਵਾ ਸੰਭਾਲੋ। ਇਹ ਬਾਬਾ ਜੀ ਨੇ ਹੁਕਮ ਕੀਤਾ। ਬਾਬਾ ਸ਼ਾਮ ਸਿੰਘ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਆਉਣ ਦਾ ਉਹਨਾਂ ਦਾ ਸਵਾਗਤ ਕੀਤਾ, ਆਪ ਲੈਣ ਆਏ। ਇਹ ਸੇਵਾ ਦਾ ਕੁੰਭ ਜਿਹੜਾ ਸੀ ਆਰੰਭ ਹੋਇਆ। ਵੱਖ ਵੱਖ ਪ੍ਰਾਂਤਾਂ 'ਚ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ, ਉਹਨਾਂ ਸਥਾਨਾਂ ਦੀ ਇਹਨਾਂ ਬਾਬਿਆਂ ਨੇ ਸੇਵਾ ਸੰਭਾਲ ਕੀਤੀ। ਬਹੁਤ ਸਾਰੇ ਸਥਾਨ ਲੋਕਾਂ ਨੇ ਮੱਲ ਮੁੱਲ ਲਏ। ਪਾਕਿਸਤਾਨ 'ਚ ਬਹੁਤ ਰਹਿ ਗਏ ਇਤਿਹਾਸਿਕ ਸਥਾਨ। ਸੋ ਇਸ ਵਾਸਤੇ ਦੂਜੇ ਪਿੰਡਾਂ ਦੇ ਵੀ ਅਤੇ ਇੱਧਰ ਵੀ ਜਿੱਥੇ ਕੋਈ ਸਿੱਖ ਨਹੀਂ ਪਹੁੰਚਿਆ, ਲੋਕਾਂ ਨੇ ਕਬਜ਼ੇ ਕਰ ਕਰਕੇ ਆਪਣੇ ਘਰ ਬਣਾ ਲਏ। ਕਿਤੇ ਕਿਤੇ ਤਾਂ ਮਹਾਰਾਜ ਕਲਾ ਵਰਤਾਉਂਦੇ ਵੀ ਹੈ। ਹੁਣ ਪੇਸ਼ਾਵਰ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 5 ਜੋਤਾ ਸਥਾਨ ਸੀ। ਅੰਗਰੇਜ਼ਾਂ ਦਾ ਰਾਜ ਆਇਆ ਅਤੇ ਉੱਥੇ ਉਹ ਮੀਰ ਦਾ ਸੇਵਾ ਲੱਗ ਗਈ। ਹੁਣ ਘੋੜਿਆਂ ਵਾਲਾ ਤਵੇਲਾ ਹੀ ਬਣਾ ਲਿਆ। ਉਹਦੀ ਬੇਗਮ ਨੂੰ ਫਿਰ ਬਾਬਾ ਸ੍ਰੀ ਚੰਦ ਦੇ ਦਰਸ਼ਨ ਹੋਏ। ਫਿਰ ਹੁਣ 5 ਜੋਤਾਂ ਜਗਾਉਣੀਆਂ ਸ਼ੁਰੂ ਕੀਤੀਆਂ। 10 ਮਹੀਨਿਆਂ 'ਚ ਪੁੱਤਰ ਦਾ ਵੀ ਜਨਮ ਹੋਇਆ। ਉਹਨੂੰ ਦੱਸਿਆ ਸਾਰਾ ਵੀ ਸੁਪਨੇ 'ਚ ਇਉਂ ਦ੍ਰਿਸ਼ਟਾਂਤ, ਪਰ ਉਹ ਹੰਕਾਰ ਸੀ। ਸਾਰੇ ਤਵੇਲੇ ਦੇ ਘੋੜੇ ਮਰ ਗਏ। ਫਿਰ ਮਾਫੀ ਮੰਗੀ। ਫਿਰ ਉਹ ਜਿਹੜਾ ਘੋੜੇ ਦਾ ਤਵੇਲਾ ਸੀ ਬਾਹਰ ਬਣਾਇਆ ਗਿਆ। ਇਸ ਤਰ੍ਹਾਂ ਹੀ ਆ ਕਈ ਵਾਰੀ ਹੁਣ ਹਰਿਮੰਦਰ ਸਾਹਿਬ ਢਾਏ ਸਰੋਵਰ ਪੂਰੇ, ਪਰ ਪਿੱਛੇ ਸਿੰਘ ਸੂਰਮੇ ਬਹਾਦਰ ਸੀਗੇ, ਉਹਨੇ ਫਿਰ ਅਸਥਾਨ ਕਾਇਮ ਕੀਤੇ। ਫਿਰ ਇਹ ਮਹਾਂਪੁਰਖਾਂ ਦੀਆਂ ਸੇਵਾ ਲਾਈਆਂ। ਇਹਨੀ ਹਿੰਦੁਸਤਾਨ ਵੱਖ ਵੱਖ ਸੂਬਿਆਂ ਜਿਹੜੇ ਸਥਾਨ ਆ, ਜਿੱਥੇ ਜਿੱਥੇ ਇਤਿਹਾਸ ਦੀ ਟੋਹ ਮਿਲਦੀ ਹੈ, ਜਾ ਕੇ ਸੇਵਾ ਕਰਦੇ ਕਰਾਉਂਦੇ ਆ। ਅਤੇ ਜੇ ਪਿੱਛੇ ਵਾਰਸ ਨਾ ਹੋਵੇ, ਇਹ ਸਥਾਨ ਵੀ ਸਾਰੇ ਲੋਪ ਹੋ ਜਾਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਮੰਦਰ ਛਾਵਾਂ, ਤੇਰੇ ਅਸਥਾਨ ਤਿਆਰ ਕਰਾਂ, ਜਿੱਥੇ ਬਹਿ ਕੇ ਸਿੱਖ ਮਤ ਮਿਲੇ, ਸ੍ਰੇਸ਼ਟ ਬੁੱਧੀ ਮਿਲੇ, ਗਿਆਨ ਵਿਚਾਰ ਮਿਲੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਇਹ ਮੇਰੇ ਸਾਹਿਬਾ, ਮੈਂ ਆਪ ਜੀ ਤੋਂ ਬਿਨਾਂ ਕੁਝ ਵੀ ਨਾ ਜਾਣਾ। ਤੈਨੂੰ ਜਾਣ ਲਿਆ ਤੇ ਸਾਰੇ ਗਿਆਨੀ ਵਿੱਚੇ ਆ ਜਾਂਦੇ ਹਨ। ਗੁਣ ਗਾਵਾਂ ਨਿਤ ਤੇਰੇ, ਇਹ ਮੇਰੇ ਪਾਤਸ਼ਾਹ ਜੀ, ਹਮੇਸ਼ਾ ਤੇਰੇ ਹੀ ਗੁਣ ਗਾਉਂਦਾ ਰਹਾਂ। ਜੀਅ ਜੰਤ ਸਭ ਸਰਨ ਤੁਮਾਰੀ, ਇਹ ਜਿੰਨੇ ਜੀ ਸੂਖਮ ਸਥੂਲ ਸਾਰੇ ਆਪ ਜੀ ਦੀ ਚਰਨ ਸ਼ਰਨ ਵਿੱਚ ਹਨ। ਸਰਬ ਚਿੰਤ ਤੁਧ ਪਾਸੇ, ਸਾਰਿਆਂ ਦੀ ਚਿੰਤਾ ਤੇਰੇ ਪਾਸੇ ਹੀ ਹੈ। ਆਮ ਬੰਦਾ ਗ੍ਰਸਤੀ ਦਾ ਆਪੋ ਆਪਣੇ ਪਰਿਵਾਰ ਦੀ ਚਿੰਤਾ ਕਰਦਾ, ਇੰਨੀ ਕੁ ਤਾਂ ਪਸ਼ੂ ਪੰਛੀਆਂ ਨੂੰ ਵੀ ਹੈਗੀ ਹੈ। ਪਰ ਉਹ ਜਿਹੜਾ ਮਾਲਕ ਹੈ, ਉਹਨੂੰ ਸਾਰਿਆਂ ਦੀ ਚਿੰਤਾ। ਧੰਨ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਲੰਗਰ ਅਸਥਾਨ ਨਿਸ਼ਾਨ ਚਲਾਏ ਬਣਾਏ। 10 ਗੁਰੂਆਂ ਨੇ ਖਾਲਸੇ ਨੇ ਚਿੰਤਾ ਰੱਖੀ ਨਾ ਸਾਰਿਆਂ ਦੀ। ਭੁੱਖਾ ਨੰਗਾ ਆ ਜਾਏ, ਆਰਾਮ ਵੀ ਮਿਲੇ, ਭੋਜਨ ਪਾਣੀ ਵੀ ਮਿਲੇ, ਵਿਸ਼ਰਾਮ ਵੀ ਮਿਲੇ। ਇਹ ਪ੍ਰਤੱਖੇ ਹੀ ਹੈ। ਬਾਕੀ ਦੁਨੀਆ ਦੇ ਸਥਾਨ ਕਰੋੜਾਂ ਅਰਬਾਂ ਰੁਪਏ ਵੀ ਲੱਗੇ ਹੈ। ਬੜੇ ਬੜੇ ਸੋਨੇ ਦੇ ਸੰਗਲ ਟੱਲ ਵੀ ਲਟਕ ਰਹੇ ਹੈ, ਪੀਣ ਨੂੰ ਪਾਣੀ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ।
ਜਿੱਥੇ ਭਾਈ ਇਹ ਸਾਰੀਆਂ ਦਾਤਾਂ ਮਿਲਦੀਆਂ, ਸਾਰਿਆਂ ਨੂੰ, ਸਾਰਿਆਂ ਵਾਸਤੇ ਤੈਨੂੰ ਹੀ ਚਿੰਤਾ ਹੈ। ਜੋ ਤੁਧ ਭਾਵੈ ਸੋਈ ਚੰਗਾ। ਇਹ ਮਹਾਰਾਜ ਜੋ ਆਪ ਜੀ ਨੂੰ ਭਾਉਂਦਾ ਉਹੀ ਚੰਗਾ। ਅਤੇ ਜਿਹੜੀ ਗੱਲ ਮਨ ਚੰਗੀ ਸਮਝਦਾ ਉਹ ਕਈ ਵਾਰੀ ਗਲਤ ਵੀ ਹੁੰਦੀ ਹੈ, ਪਰ ਗੁਰੂ ਜਿਹੜੀ ਗੱਲ ਨੂੰ ਭਾਉਂਦਾ, ਜੋ ਉਹਨੂੰ ਮਨਜ਼ੂਰ ਆ, ਉਹੀ ਕੁਝ ਚੰਗਾ ਹੁੰਦਾ ਹੈ। ਇਕ ਨਾਨਕ ਕੀ ਅਰਦਾਸੇ। ਹੇ ਸਤਿਗੁਰੂ ਜੀ, ਆਪ ਜੀ ਦੇ ਚਰਨਾਂ 'ਚ ਸਾਡੀ ਇੱਕ ਅਰਦਾਸ ਹੈ। ਇੱਕ ਦਖਣਾ ਹੋ ਤੋ ਪੈ ਮੰਗੋ, ਦੇਹੋ ਆਪਣਾ ਨਾਮ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ। ਐਸੀ ਕਿਰਪਾ ਕਰ ਦਿਓ। ਜੀਅ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਇਹ ਪਾਤਸ਼ਾਹ ਜੀ, ਜੋ ਤੁਹਾਨੂੰ ਮਨਜ਼ੂਰ ਉਹੀ ਠੀਕ ਹੈ, ਕਿਉਂਕਿ ਗੁਰਸਿੱਖ ਭਾਣਾ ਮੰਨਣ ਪੰਥ ਇਹ ਪਾਵਨ। ਭਾਣੇ ਰਜ਼ਾ ਵਿੱਚ ਰਹਿਣਾ, ਇਹੀ ਗੁਰਸਿੱਖੀ ਦਾ ਅਸੂਲ ਹੈ। ਇਹ ਅਰਦਾਸ ਆ, ਤੇਰੇ ਭਾਣੇ ਵਿੱਚ ਰਜ਼ਾ ਵਿੱਚ ਰਹੀਏ। ਕਿੰਨੇ ਕਿੰਨੇ ਗੁਰਸਿੱਖਾਂ ਦੇ ਕਸ਼ਟ ਵੀ ਆਏ, ਜੇ ਚਾਹੁੰਦੇ ਕਲਾ ਦਿਖਾ ਸਕਦੇ ਸੀ, ਪਰ ਭਾਣੇ ਨੂੰ ਸਤ ਕਰਕੇ ਉਹਨਾਂ ਨੇ ਮੰਨਿਆ ਹੈ। ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਬਿਲਾਵਲ ਰਾਗ ਵਿੱਚੋਂ ਆਪ ਜੀ ਦੀ ਪਾਵਨ ਰਸਨਾ ਦੇ ਉਪਦੇਸ਼ ਆਪ ਸੰਗਤਾਂ ਨੇ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਮਿਹਰ ਕਰਨ, ਇਹ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਨਿਵਾਸ ਕਰਨ, ਸਾਡੀ ਸਭ ਦੀ ਹਾਜ਼ਰੀ ਚਰਨਾਂ 'ਚ ਪ੍ਰਵਾਨ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਸਭ ਦਾ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 400 ਸਾਲਾ ਸਮਾਗਮ ਮਨਾਉਣ ਸੰਬੰਧੀ ਰੋਜ਼ ਆਪ ਵਿਚਾਰਾਂ ਪੜ੍ਹਦੇ ਸੁਣਦੇ ਹੀ ਰਹਿੰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਜਿੱਥੇ 500 ਸਾਲੇ, 550 ਸਾਲੇ ਜਾਂ 350 ਸਾਲੇ ਸਮਾਗਮ ਮਨਾਏ ਹੈ, ਇਹਦੇ ਵਾਸਤੇ ਵੀ ਪੰਥਕ ਤੌਰ 'ਤੇ ਤਿਆਰੀਆਂ ਹੋ ਰਹੀਆਂ। ਮਹਾਰਾਜ ਮਿਹਰ ਕਰਨ, ਗੁਰੂ ਮਹਾਰਾਜ ਦੇ ਗੁਰਪੁਰਬ ਮਨਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।